So we are live now. Hello everyone, this is Varun Goyal from Raikot Public School, Raikot, with a new chapter, chapter number 13, Surface Area and Volume of class 9th. So first we will start the introduction part of exercise 13.1. 13.1 exercise start ਕਰਨ ਤੋਂ ਪਹਿਲਾਂ ਅਸੀਂ ਉਹਦੀ introduction ਕਰਾਂਗੇ. Introduction ਦੇ ਨਾਲ I will show you some 3D shapes visually. ਤੁਹਾਨੂੰ ਮੈਂ 3D shapes visually ਵੀ show ਕਰੂੰਗਾ so that the questions are clear to you all. ਸਭ ਤੋਂ ਪਹਿਲਾਂ ਆਪਾਂ ਇੱਕ ਬੇਸਿਕ ਜੀ ਚੀਜ਼ ਤੋਂ ਚੱਲਦੇ ਹਾਂ. ਉਹ ਬੇਸਿਕ ਚੀਜ਼ ਦੇਖੋ, ਆਪਾਂ ਫਸਟ ਐਕਸਰਸਾਈਜ਼ 'ਚ ਪੜ੍ਹਨਾ ਕੀ ਹੈ? ਆਪਾਂ ਪੜ੍ਹਨਾ ਵਾ ਕਿਊਬ ਅਤੇ ਆਪਾਂ ਪੜ੍ਹਨਾ ਕਿਊਬੋਇਡ. ਦੋ ਚੀਜ਼ਾਂ ਆਪਾਂ ਪੜ੍ਹਨੀਆਂ ਨੇ, ਕਿਊਬ ਐਂਡ ਕਿਊਬੋਇਡ. ਆਈ ਹੋਪ ਸੋ ਦਿਸ ਇਜ਼ ਕਲੀਅਰ ਟੂ ਯੂ. ਨਾਓ ਕਿਊਬ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਪੜ੍ਹਾਊਂਗਾ, ਉਹ ਹੈਗੀ ਹੈ ਸਕੁਆਇਰ. ਠੀਕ ਹੈ, ਅਤੇ ਕਿਊਬੋਇਡ ਪੜ੍ਹਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਪੜ੍ਹਾਊਂਗਾ, ਰੈਕਟੈਂਗਲ. ਹੁਣ ਤੁਸੀਂ ਸਾਰੇ ਸੋਚਦੇ ਹੋਵੋਗੇ ਵੀ ਕਿਊਬ ਅਤੇ ਕਿਊਬੋਇਡ ਦੇ ਵਿੱਚ ਸਕੁਆਇਰ ਐਂਡ ਰੈਕਟੈਂਗਲ ਇਹ ਚੀਜ਼ਾਂ ਪੜ੍ਹੀਆਂ ਹੋਈਆਂ ਨੇ, ਸਕੁਆਇਰ ਵੀ ਪੜ੍ਹਿਆ ਹੋਇਆ, ਰੈਕਟੈਂਗਲ ਵੀ ਪੜ੍ਹਿਆ ਹੋਇਆ. ਯੈਸ ਆਈ ਨੋ ਵੈਰੀ ਵੈਲ ਕਿ ਤੁਸੀਂ ਸਾਰੀ ਚੀਜ਼ਾਂ ਪੜ੍ਹੀਆਂ ਹੋਈਆਂ. ਦੇਖੋ ਸਕੁਆਇਰ ਦੀ ਡਾਇਗਰਾਮ ਕੁਛ ਇਸ ਤਰ੍ਹਾਂ ਦੀ ਸੀ ਆਪਣੇ ਕੋਲ. ਦਿਸ ਇਜ਼ ਦ ਡਾਇਗਰਾਮ ਆਫ ਸਕੁਆਇਰ. ਆਲ ਸਾਈਡਸ ਆਰ ਇਕੁਅਲ. ਆਪਾਂ ਨੂੰ ਪਤਾ ਵਾ ਵੀ ਸਕੁਆਇਰ ਦੇ ਵਿੱਚ ਕੀ ਹੁੰਦਾ ਵਾ, ਆਲ ਸਾਈਡਸ ਇਕੁਅਲ ਹੁੰਦੀਆਂ ਨੇ. ਐਂਡ ਏਰੀਆ ਆਫ ਸਕੁਆਇਰ ਕੀ ਸੀ? ਦੇਖੋ ਏਰੀਆ ਆਫ ਸਕੁਆਇਰ ਦਾ ਏਰੀਆ, ਉਹ ਏਰੀਆ ਕੀ ਸੀ ਆਪਣੇ ਕੋਲੇ? ਸਾਈਡ ਮਲਟੀਪਲਾਈ ਸਾਈਡ. ਸਾਈਡ ਮਲਟੀਪਲਾਈ ਸਾਈਡ ਦਾ ਮਤਲਬ ਕੀ ਆ? ਲੈਂਥ ਨੂੰ, ਆਹ ਲੈਂਥ ਹੁੰਦੀ ਹੈ ਰਾਜੇ, ਆਹ ਵਿੱਥ ਹੁੰਦੀ ਹੈ ਆਪਣੇ ਕੋਲ. ਲੈਂਥ ਨੂੰ ਆਪਾਂ ਵਿੱਥ ਨਾਲ L ਮਲਟੀਪਲਾਈ B ਕਰਦੇ ਹਾਂ. ਇੱਥੇ ਆਪਣੀ L ਵੀ A ਆ ਅਤੇ B ਵੀ A ਆ, ਤਾਂ ਆਪਣੇ ਕੋਲ ਏਰੀਆ ਆਫ ਸਕੁਆਇਰ ਹੁੰਦਾ ਸੀ A ਸਕੁਆਇਰ. ਠੀਕ ਹੈ ਜੀ, ਇਹ ਚੀਜ਼ ਆ ਗਈ. ਹੁਣ ਜਦੋਂ ਆਪਾਂ ਕਿਊਬ ਦੀ ਗੱਲ ਕਰਾਂਗੇ, ਕਿਊਬ ਦੀ, ਤਾਂ ਕਿਊਬ ਦੀ ਜਿਹੜੀ ਸ਼ੇਪ ਆ ਉਹ ਕਿੱਦਾਂ ਦੀ ਹੁੰਦੀ ਆ? ਲੂਡੋ ਦਾ ਡਾਈਸ ਤੁਸੀਂ ਦੇਖਿਆ ਹੋਣਾ ਵਾ. ਆਈ ਵਿਲ ਸ਼ੋ ਯੂ ਦਾ ਵਿਜ਼ੂਅਲ ਸ਼ੇਪ ਆਫ ਕਿਊਬ. ਦੇਖੋ ਇਹ ਹੈ ਤੁਹਾਡੇ ਸਾਹਮਣੇ ਕਿਊਬੀਕਲ ਸ਼ੇਪ. ਦਿਸ ਇਜ਼ ਨੋਨ ਐਜ਼ ਅ ਕਿਊਬੀਕਲ ਸ਼ੇਪ. ਹੁਣ ਦੇਖੋ ਆਹ ਜਿਹੜਾ ਇਹਦਾ ਆਊਟਰ ਸਰਫੇਸ ਹੈ, ਜਿੱਥੇ ਮੇਰੀ ਇਹ ਫਿੰਗਰ ਤੁਹਾਨੂੰ ਦਿਖ ਰਹੀ ਹੋਣੀ ਹੈ, ਇਹ ਵਾਲੀ ਜੋ ਮੈਂ ਮੂਵ ਕਰ ਰਿਹਾ ਵਾਂ, ਇਹ ਇੱਕ ਸਕੁਆਇਰ ਹੈ. ਉਸ ਤੋਂ ਬਾਅਦ ਇਹਦੀ ਜਿਹੜੀ ਪਿੱਛੇ ਮੇਰਾ ਹੈਂਡ ਤੁਸੀਂ ਦੇਖ ਸਕਦੇ ਹੋ, ਮੇਰਾ ਹੈਂਡ ਪਿੱਛੇ ਬੈਕ ਸਾਈਡ ਇਹਦੀ, ਜੋ ਇਹਦੀ ਬੈਕ ਸਾਈਡ ਆ ਉਹ ਵੀ ਸਕੁਆਇਰ ਹੈ. ਫਿਰ ਜੇ ਮੈਂ ਇਹਨੂੰ ਇੱਧਰੋਂ ਮੂਵ ਕਰਾਂ ਤਾਂ ਦਿਸ ਸਾਈਡ ਇਜ਼ ਆਲਸੋ ਆ ਸਕੁਆਇਰ ਅਤੇ ਬੈਕ ਸਾਈਡ ਵੀ ਕੀ ਹੈ ਇਹਦੀ? ਸਕੁਆਇਰ ਆ. ਜੇ ਮੈਂ ਅੱਪਰ ਪੋਰਸ਼ਨ ਸ਼ੋਅ ਕਰਾਂ ਤੁਹਾਨੂੰ ਸਾਰਿਆਂ ਨੂੰ, ਅੱਪਰ ਪੋਰਸ਼ਨ ਦਿਸ ਵਨ ਇਜ਼ ਆਲਸੋ ਸਕੁਆਇਰ ਅਤੇ ਲੋਅਰ ਪੋਰਸ਼ਨ ਵੀ ਕੀ ਹੈ? ਸਕੁਆਇਰ. ਟੋਟਲ ਆਪਾਂ ਨੂੰ ਪਤਾ ਵੀ ਕਿਊਬ ਦੀਆਂ ਕਿੰਨੀਆਂ ਸਾਈਡਸ ਹੁੰਦੀਆਂ ਨੇ? ਟੋਟਲ ਸਾਈਡਸ ਆਰ 6. 6 ਸਾਈਡਸ ਹੁੰਦੀਆਂ ਨੇ ਆਪਣੇ ਕੋਲ ਟੋਟਲ ਕਿਊਬ ਦੀਆਂ. ਇੱਕ ਸਾਈਡ ਜੇ ਆਪਾਂ ਸਕੁਆਇਰ ਸ਼ੇਪ ਦੀ ਕਹਿ ਰਹੇ ਹਾਂ, ਮਤਲਬ ਇੱਕ ਸਾਈਡ ਦਾ ਜੇ ਏਰੀਆ A ਸਕੁਆਇਰ ਆ, ਤਾਂ 6 ਦੀਆਂ 6 ਸਾਈਡਸ ਦਾ ਏਰੀਆ ਕਿੰਨਾ ਹੋਏਗਾ ਉਹ ਆਪਾਂ ਇੱਥੇ ਲਿਖਦੇ ਹਾਂ. ਤਾਂ ਉਹ ਏਰੀਆ ਆਪਣੇ ਕੋਲ ਹੋਏਗਾ ਏਰੀਆ ਆਫ ਕਿਊਬ. ਕਿਉਂਕਿ 6 ਸਾਈਡਸ ਨੇ, ਹਰ ਸਾਈਡ ਇੱਕ ਸਕੁਆਇਰ ਬਣਾ ਰਹੀ ਹੈ, ਇਸ ਕਰਕੇ ਨਾਲ ਇਹਦੇ ਸਕੁਆਇਰ ਦਾ ਏਰੀਆ ਆ ਜਾਏਗਾ. ਤਾਂ ਏਰੀਆ ਆਫ ਕਿਊਬ ਕਿੰਨਾ ਆ ਗਿਆ? ਇੰਨਾ. ਇਹਨੂੰ ਆਪਾਂ ਟੋਟਲ ਸਰਫੇਸ ਏਰੀਆ ਆਫ ਕਿਊਬ ਵੀ ਬੋਲਦੇ ਹਾਂ. ਇਟ ਵਿਲ ਬੀ ਇਕੁਅਲਸ ਟੂ 6A ਸਕੁਆਇਰ. ਹੁਣ ਆਪਾਂ ਗੱਲ ਕਰਦੇ ਹਾਂ ਰਾਜੇ ਏਰੀਆ ਆਫ 4 ਵਾਲਸ. ਏਰੀਆ ਆਫ 4 ਵਾਲਸ, ਚਾਰੇ ਕੰਧਾਂ ਦਾ ਏਰੀਆ. ਦੇਖੋ ਮੈਂ ਕਿਊਬਿਕ ਸ਼ੇਪ ਦੁਬਾਰਾ ਆਪਣੇ ਹੈਂਡ 'ਚ ਲੈ ਕੇ ਆ ਰਿਹਾ. 4 ਕੰਧਾਂ ਦਾ ਮਤਲਬ ਕੀ ਹੈ? ਤੁਸੀਂ ਆਪਣਾ ਰੂਮ ਦੇਖੋ, ਆਪਣੇ ਰੂਮ ਤੋਂ ਇਮੈਜੀਨੇਸ਼ਨ ਕਰੋ. ਮਤਲਬ ਆਹ ਟੌਪ ਅਤੇ ਆਹ ਬੋਟਮ, ਇਹ ਦੋ ਚੀਜ਼ਾਂ ਆਪਾਂ ਟੌਪ ਅਤੇ ਬੋਟਮ ਨੂੰ ਆਪਾਂ ਇਗਨੋਰ ਕਰਾਂਗੇ. ਇੱਥੋਂ ਆਪਣੇ ਕੋਲ ਆਹ ਇੱਕ ਸਾਈਡ, ਆਹ ਵਾਲੀ ਸਾਈਡ ਜਿੱਥੇ ਮੈਂ ਫਿੰਗਰ ਟੱਚ ਕਰ ਰਿਹਾ ਇੱਕ ਸਾਈਡ, ਦੂਸਰੀ ਵਾਲ ਆਹ ਵਾਲੀ ਹੈ ਜਿੱਥੇ ਮੈਂ ਫਿੰਗਰ ਟੱਚ ਕਰ ਰਿਹਾ, ਤੀਸਰੀ ਵਾਲ ਮੇਰੀ ਜਿੱਥੇ ਮੈਂ ਪੈਨ ਟੱਚ ਕੀਤਾ ਸੇਮ ਦਿਸ ਵਨ, ਇਹ ਸਾਰੀ ਹੈ ਤੀਸਰੀ, ਅਤੇ ਚੌਥੀ ਮੇਰੇ ਕੋਲ ਇਹ ਵਾਲੀ ਹੈ ਦਿਸ ਸਾਈਡ. 4 ਵਾਲਸ ਹੋ ਗਈਆਂ ਆਪਣੇ ਕੋਲੇ. ਦੇਖੋ ਇੱਕ ਵਾਲ ਦਾ ਏਰੀਆ ਮੈਨੂੰ ਪਤਾ ਸੀ, ਇੱਕ ਵਾਲ ਦਾ ਏਰੀਆ ਜੇ ਮੈਂ ਕਹਾਂ ਕਿੰਨਾ ਸੀ? A ਸਕੁਆਇਰ. ਇਹਦਾ ਮਤਲਬ 4 ਵਾਲਸ ਦਾ ਏਰੀਆ ਕਿੰਨਾ ਹੋਏਗਾ ਆਪਣੇ ਕੋਲੇ? ਇਟ ਵਿਲ ਬੀ 4A ਸਕੁਆਇਰ. ਸੋ ਫਾਰਮੂਲੇ ਇੱਦਾਂ ਯਾਦ ਰੱਖਣੇ ਆ. ਏਰੀਆ ਆਫ 4 ਵਾਲਸ ਇਜ਼ ਆਲਸੋ ਨੋਨ ਐਜ਼, ਇਹਨੂੰ ਅਸੀਂ ਇੱਕ ਹੋਰ ਨਾਮ ਨਾਲ ਜਾਣਦੇ ਹਾਂ. ਦੈਟ ਨੇਮ ਇਜ਼ ਲੇਟਰਲ ਸਰਫੇਸ ਏਰੀਆ. ਯਾਨੀ ਕਿ ਲੇਟਰਲ ਸਰਫੇਸ ਏਰੀਆ ਵੀ ਆਪਣਾ ਕਿੰਨਾ ਆਏਗਾ? ਇਹ ਵਾਲਾ. ਇਹ ਦੋ ਫਾਰਮੂਲੇ ਤੁਸੀਂ ਆਪਣੇ ਮਾਈਂਡ 'ਚ ਰੱਖਣੇ ਆ ਜੋ ਕਿ ਆਪਾਂ ਯੂਜ਼ ਕਰਾਂਗੇ. ਸਭ ਤੋਂ ਪਹਿਲਾਂ ਕੀ ਸੀ ਆਪਣੇ ਕੋਲ? ਟੋਟਲ ਸਰਫੇਸ ਏਰੀਆ ਆਫ ਅ ਕਿਊਬ. ਟੋਟਲ ਸਰਫੇਸ ਏਰੀਆ ਕਿਸੇ ਵੀ ਕਿਊਬ ਦਾ ਕਿੰਨਾ ਹੋਏਗਾ? ਦੂਸਰਾ ਫਾਰਮੂਲਾ ਆਪਣੇ ਕੋਲ ਆਇਆ ਵਾ ਲੇਟਰਲ ਸਰਫੇਸ ਏਰੀਆ ਜਾਂ ਫਿਰ ਏਰੀਆ ਆਫ 4 ਵਾਲਸ, ਉਹ ਕਿੰਨਾ ਆਏਗਾ? ਉਹ ਆਪਾਂ ਚੀਜ਼ਾਂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਾਂਗੇ. ਹੁਣ ਆਪਾਂ ਚੱਲਦੇ ਹਾਂ ਕਿਊਬੋਇਡ ਸ਼ੇਪ ਵੱਲ. ਕਿਊਬੋਇਡ ਪੜ੍ਹਨ ਤੋਂ ਪਹਿਲਾਂ ਆਪਾਂ ਰੈਕਟੈਂਗਲ ਪੜ੍ਹਦੇ ਹਾਂ. ਦੇਖੋ ਰੈਕਟੈਂਗਲ ਇੱਕ 2D ਫਿਗਰ ਆ. ਰੈਕਟੈਂਗਲ ਕੁਛ ਇਸ ਤਰ੍ਹਾਂ ਡਰਾ ਕਰਦੇ ਹਾਂ ਆਪਾਂ. ਠੀਕ ਹੈ, ਦਿਸ ਇਜ਼ ਦਾ ਰੈਕਟੈਂਗਲ. ਇਹਦੇ 'ਚ ਇੱਕ L ਹੁੰਦੀ ਹੈ, ਇੱਕ B ਹੁੰਦੀ ਹੈ ਆਪਣੇ ਕੋਲੇ. ਦੇਖੋ ਰੈਕਟੈਂਗਲ ਇੱਕ ਪਲੇਨ ਸ਼ੇਪ ਆ. ਜਿਵੇਂ ਤੁਸੀਂ ਇੱਕ ਕਾਗਜ਼ ਹੱਥ 'ਚ ਪਕੜ ਲਓ ਆਪਣੀ ਕਾਪੀ 'ਚੋਂ, ਰਜਿਸਟਰ 'ਚੋਂ, ਤੁਹਾਨੂੰ ਆਪਣੇ ਸਕੂਲ ਦੇ ਰਜਿਸਟਰਸ ਬਾਰੇ ਪਤਾ ਹੈ ਜਿਹੜੇ ਪੇਜ 'ਤੇ ਮੈਂ ਹੁਣ ਕੰਮ ਕਰ ਰਿਹਾ, ਇਹ ਪੇਜ
दिस पेज इज़ ऑल्सो अ रैक्टेंगल। ये पेज भी की है एक रैक्टेंगुलर शेप का पेज है, मतलब जिहड़ी चीज़ की हाइट नहीं होंदी ना वो 2D शेप होंदियां ने। कोई भी चीज़ तुसीं इमेजिन करो अपने माइंड च जिहड़ी चीज़ की हाइट ना होवे, दैट थिंग इज़ नोन एज 2D शेप। तो रैक्टेंगल की है 2D शेप। तो एरिया ऑफ रैक्टेंगल की सी अपने कोल, एरिया ऑफ रैक्टेंगल इज इक्वल्स टू L मल्टीप्लाई B, और वी कैन राइट इट एज LB। आप LB भी लिख सकते हैं। हुण आप रैक्टेंगुलर शेप देखनी स्टार्ट करते हैं भी वो दिखती किदां दी है। देखो सी दिस वन इज़ अ रैक्टेंगुलर शेप, कलर सेम है बट शेप जो है थोड़ी डिफरेंट है। तुसीं देख सकते हो ये डायमेंशनस की लेंथ ज़्यादा है, तो आह वाली डायमेंशन जी हैगी क्यूबिकल शेप की लगती है अपन इस साइड तो। आई होप सो दिस इज़ विजुअल टू यू ऑल। हुण देखो तुसीं इत्थों देख सकते हो जे मैं रैक्टेंगल की आह सरफेस की गल करां, ये छत होगी जिथे तुसीं आप मेरा हाथ देख रहे हो नीचे वाली साइड, ये उहदा की हो गया फ्लोर हो गया 1 2 इधर 3 तो आह वाली 4, ये 4 वॉल्स हो गई। हुण देखो ਇਹਦਾ एरिया कड्ढण ਦੇ ਲਈ ਮੈਨੂੰ सब तो पहले तो मैं फ्लोर का एरिया कड्ढूँ। फ्लोर देखो फ्लोर की हाइट नहीं होंदी, अपन पता फर्श की हाइट नहीं होंदी जिथे मैं अपना हैंड मूव कर रहे हैं। तो फ्लोर का एरिया कितना आएगा LB। सो आई राइट हेयर LB प्लस हुण जो रूफ है, रूफ आ छत कल्ली उपरली छत देखनी है आप, छत ते फ्लोर दोनों सेम हाइट दी, सॉरी दोनों सेम डायमेंशन है। जिन्ना अपने को फ्लोर है उन्नी छत है अपने को इत्थे, तो इहदा एरिया भी कितना आएगा LB हो गया। ओके आफ्टरवर्ड्स प्लस हुण आप गल करते हैं आ साइड वॉल की, दिस साइड देखो आ नीचे वाली साइड L है, तो जो ये उपर वालों इत्थों उपर नूं आ रहा मैं आ चीज़ उपर नूं इमेजिन करो, आ चीज़ जो मैं उपर नूं शो कर रहा वा, दिस साइड इज़ नॉन एज H हाइट। तो मतलब एक तो L होगी, एक होगी अपने को H, ठीक है। तो यह मतलब LH ਇਹਦਾ एरिया आ वाली साइड का जो साइड पर है LH। सिमिलरली ये सामने वाली जो सेम साइड है वह एरिया भी कितना होएगा LH। सो मैं दोनों जगह पर LH लिखता प्लस। हुण मैं गल करूँगा आ वाले हिस्से की, आ नीचे वाले में क्या सी बेस B क्या सी, ते आ उपर नूं जो आ रही है दिस वन इज़ द हाइट। आ वाला बेस है, ये वाली अपने को की है हाइट है। तो मतलब ਇਹਦਾ एरिया कितना आएगा बेस इंटू हाइट प्लस जो ये बिल्कुल सामने ये वाली साइड है ਇਹਦਾ एरिया भी कितना आएगा बेस इंटू हाइट। सो इत्थे मैं जो टर्म्स क्यूबॉइड के बॉक्स चो आईयां मैं सारियां लिख ली, ठीक है जी। LB दो बार आ रहा है तो 2 टाइम्स LB हो गया। LH दो बार आ रहा है 2 टाइम्स LH हो गया। BH 2 टाइम्स आ रहा है 2 टाइम्स BH हो गया। तिना दे विच 2 आ रहा वा तो मैं 2 नूं कॉमन लऊँगा, इत्थे आएगा मेरे को LB प्लस BH प्लस LH दिस वन। ये हुंदा अपने को टोटल सरफेस एरिया ऑफ क्यूबॉइड। जो लेंथ ब्रैथ ते हाइट डिफरेंट होवे तो शेप जी होंगी है क्यूबॉइड शेप होंगी है। तो वह टोटल सरफेस एरिया आ गया ट्वाइस ऑफ LB प्लस BH प्लस HL। हुण आप गल करते हैं एरिया ऑफ 4 वॉल्स ऑफ क्यूबॉइड। देखो चारे कंधां का एरिया, जो 4 कंधां की गल मैं दोबारा क्यूबॉइड शेप पिक करूँगा, मतलब आप फ्लोर तो आप रूफ इन्हों कंसीडर नहीं करना। आप कंसीडर किनू करना आ साइड वाली वॉल दिस वन, ये सामने वाली दिस वन, इधर वाली आ वाली वॉल दिस वन, तो आ वाली वॉल देखो यदी वैल्यू कितनी सी LH, तो सामने वाली की वैल्यू भी कितनी होगी LH। मतलब एक तो LH दो बार आ गया LH प्लस उस तो बाद यदी वैल्यू कितनी सी, यदी वैल्यू मैं तुहानूं दसी सी BH, तो इत्थे आएगा BH प्लस ये सामने वाला भी सेम है तो वह भी कितना आएगा BH, तो वह भी कितना आ गया अपने को इत्थे BH आ गया। LH BH तो ये हो गया ट्वाइस ऑफ LH प्लस ट्वाइस ऑफ BH। हुण देखो ये 2 भी है H भी है, 2 ये भी है H ये भी है, तो मैं 2H नूं कॉमन लिखूँगा इत्थे, ठीक है। 2H नूं कॉमन लिखण तो बाद इन साइड मेरे को इत्थे L बची, इत्थे बची मेरे को B। सो इस तरह एरिया ऑफ 4 वॉल्स ऑफ अ क्यूबॉइड का जो फॉर्मूला वो इदा ड्राइव होया अपने को। डायरैक्ट याद रखने की जरूरत नहीं, थोड़ा जिहा शेप के उपर फोकस करो, शेप नूं माइंड दे विच लैके आओ। जो शेप थोड़े माइंड दे विच आ गई यू विल गैट यूअर आंसर। सो ये सीगे 2 फॉर्मूले मेन जो कि थोड़ी एक्सरसाइज दे विच हैल्प करनगे। नाउ आफ्टर द 10 मिनट इंट्रोडक्शन पार्ट लेट अस मूव ऑन द एक्सरसाइज 13.1 विच इज़ हैविंग 8 क्वेश्चंस। एंड वन मोर थिंग स्टूडेंट्स, एज यू ऑल नो CBSE will reduce the syllabus, but from this chapter nothing can be deducted, कुछ भी डिडक्ट नहीं होया। we have to do all the questions. Let us see the exercise 13.1 and its question answers. So dear students,
I hope so you all are able to see the statement of 13.1 question number 1. If you are unable to see the statement in this video, then you can open your own book and see the statement. I will repeat the statement. A plastic box 1.5 मीटर लॉन्ग, लेंथ दी हुई है 1.5 मीटर, 1.25 मीटर वाइड है वो, 65 सेंटीमीटर आपने को की है डीप। डीप मतलब की है डूंगाई, डूंगाई कह लो या हाइट कह लो, वन एंड सेम थिंग है। कोई बॉक्स देखिया ना खाली तुसी, बॉक्स जिवें हुंदे डब्बे, ਸਿੰਪਲ ਡੱਬੇ ਆਪਾਂ ਕਹਿੰਦੇ ਆ। ਉਸ ਤੋਂ ਬਾਅਦ ਇਜ਼ ਟੂ ਬੀ ਮੇਡ, ਇੱਕ ਡੱਬਾ ਇਦਾਂ ਦਾ ਆਪਾਂ ਬਣਾਉਣਾ ਚਾਹੁੰਦੇ ਆ। ਓਕੇ, ਇਟ ਇਜ਼ ਓਪਨਡ ਐਟ ਦ ਟੌਪ, ਉਹ ਕੀ ਆ ਉੱਪਰੋਂ ਬਿਲਕੁਲ ਓਪਨ ਆ, ਮਤਲਬ ਉਹਦਾ ਢੱਕਣ ਡੱਬੇ ਦਾ ਹੈ ਨਹੀਂਗਾ ਆਪਣੇ ਕੋਲੇ। ਤੁਸੀਂ ਮਾਚਿਸ ਦੀ ਡੱਬੀ ਹੁੰਦੀ ਹੈ ਨਾ ਜਿਹਦੇ ਵਿੱਚ ਤਿੱਲੀਆਂ ਰੱਖਦੇ ਆ ਆਪਾਂ, ਕਵਰ ਉਤਾਰ ਦਿਓ ਉੱਪਰੋਂ ਉਹਦੇ, ਸਿਰਫ ਉੱਦਾਂ ਦੇ ਬਾਕਸ ਦੀ ਗੱਲ ਕਰ ਰਹੇ ਹਾਂ ਆਪਾਂ। ਇਗਨੋਰਿੰਗ ਦਾ ਥਿਕਨੈਸ ਆਫ ਦਾ ਪਲਾਸਟਿਕ ਸ਼ੀਟ, ਪਲਾਸਟਿਕ ਦੀ ਜਿਹੜੀ ਸ਼ੀਟ ਨਾਲ ਡੱਬਾ ਬਣਾਉਣਾ ਵਾ ਉਹ ਕਿੰਨੀ ਕੁ ਜ਼ਿਆਦਾ ਆਪਾਂ ਹੈਵੀ ਲੈ ਰਹੇ ਹਾਂ, ਕਿੰਨੀ ਹੈਵੀ ਨਹੀਂ ਲੈ ਰਹੇ, ਉਹਨੂੰ ਇਗਨੋਰ ਮਾਰ ਦਿਓ। ਡਿਟਰਮਿਨ ਦਾ ਏਰੀਆ ਆਫ ਦਾ ਸ਼ੀਟ ਰਿਕੁਆਇਰਡ ਫॉर ਮੇਕਿੰਗ ਦਾ ਬਾਕਸ, ਬਾਕਸ ਬਣਾਉਣ ਲਈ ਕਿੰਨਾ ਏਰੀਆ ਆਪਾਂ ਨੂੰ ਲੱਗੇਗਾ ਉਹ ਆਪਾਂ ਫਾਈਂਡ ਕਰਨਾ। ਸਭ ਤੋਂ ਪਹਿਲਾਂ ਰਾਜੀ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ, ਜੋ ਐਲ ਬੀ ਤੇ ਐਚ ਦਿੱਤੀ ਹੋਈ ਹੈ ਉਹਦੇ ਵੱਲ ਫੋਕਸ ਕਰਾਂਗੇ। ਇੱਥੇ ਦੇਖੋ ਐਲ ਜੋ ਹੈ, ਐਲ ਆਪਣੇ ਕੋਲ 1.5 ਮੀਟਰ ਲੌਂਗ ਹੈ ਤੇ ਬੀ ਜੋ ਹੈ 1.25 ਮੀਟਰ ਵਾਈਡ ਹੈ, ਐਚ ਜੋ ਹੈ ਸੈਂਟੀਮੀਟਰ 'ਚ ਹੈ, ਮੀਟਰ 'ਚ ਨਹੀਂ ਹੈ। ਸੋ ਸਭ ਤੋਂ ਪਹਿਲਾਂ ਆਪਾਂ ਸੈਂਟੀਮੀਟਰ ਵਾਲੇ ਨੂੰ ਮੀਟਰ ਦੇ ਵਿੱਚ ਕਨਵਰਟ ਕਰਾਂਗੇ ਡਿਵਾਈਡਡ ਬਾਈ 100 ਕਰਕੇ, ਠੀਕ ਹੈ। ਸੋ ਆਫਟਰਵਰਡਸ ਲੈਟ ਅਸ ਸੀ ਦਾ ਸੋਲਿਊਸ਼ਨ ਆਫ ਦਿਸ ਕੁਐਸਚਨ, ਵੀ ਆਪਾਂ ਇਹ 'ਚ ਕੀ ਫਾਰਮੂਲਾ ਲਗਾਉਂਦੇ ਹਾਂ ਅਤੇ ਸੋਲਵ ਕਿਵੇਂ ਕਰਨਾ ਹੈ। ਸੋ ਐਜ਼ ਯੂ ਕੈਨ ਸੀ ਹੇਅਰ ਆਈ ਰਾਈਟ ਏਰੀਆ ਆਫ ਦਾ ਸ਼ੀਟ ਰਿਕੁਆਇਰਡ ਫॉर ਮੇਕਿੰਗ ਦਾ ਬਾਕਸ, ਬਾਕਸ ਬਣਾਉਣ ਲਈ ਆਪਾਂ ਨੂੰ ਕਿੰਨੀ ਸ਼ੀਟ ਚਾਹੀਦੀ ਆ, ਆਪਾਂ ਉਹਦਾ ਏਰੀਆ ਫਾਈਂਡ ਕਰਨਾ। ਦੇਖੋ ਰਾਜੀ ਰੈਕਟੈਂਗੂਲਰ ਸ਼ੇਪ ਤਾਂ ਇਹੀ ਆ, ਠੀਕ ਹੈ। ਇਹਦਾ ਉੱਪਰਲਾ ਢੱਕਣ ਨਹੀਂ ਹੈ ਆਪਣੇ ਕੋਲ, ਦਿਸ ਵਨ ਇਜ਼ ਨਾਟ ਪ੍ਰੈਜੈਂਟ, ਇਹ ਢੱਕਣ ਆਪਣੇ ਕੋਲ ਪ੍ਰੈਜੈਂਟ ਨਹੀਂ ਹੈ ਇੱਥੇ। ਤਾਂ ਇਹਦਾ ਮਤਲਬ ਆਪਾਂ ਨੂੰ ਚਾਰੇ ਦੇ ਚਾਰੀਆਂ ਵਾਲਸ ਦਾ ਏਰੀਆ ਤਾਂ ਚਾਹੀਦਾ ਹੀ ਚਾਹੀਦਾ। ਵਾਲਸਾਂ ਬਣਾਉਂਗੇ ਨਾ ਬਾਕਸ ਦੀਆਂ, ਜੇ ਵਾਲਸ ਬਣਾਉਂਗੇ ਚਾਰੇ ਤਾਂ ਵਾਲਸ ਦਾ ਆਪਾਂ ਏਰੀਆ ਪੜ੍ਹਿਆ ਸੀ ਜਦੋਂ ਐਲ ਬੀ ਤੇ ਐਚ ਡਿਫਰੈਂਟ ਹੋਵੇ। ਕੀ ਸੀ ਉਹ ਏਰੀਆ? ਉਹ ਫਾਰਮੂਲਾ ਸੀ ਆਪਣੇ ਕੋਲ ਟਵਾਈਸ ਆਫ ਐਚ ਐਲ ਪਲੱਸ ਬੀ, ਇਹ ਵਾਲਾ ਫਾਰਮੂਲਾ ਸੀ। ਪਲੱਸ ਹੁਣ ਦੇਖੋ ਜਦੋਂ ਬਾਕਸ ਦੀਆਂ ਚਾਰੇ ਕੰਧਾਂ ਬਣ ਗਈਆਂ, ਉਸ ਤੋਂ ਬਾਅਦ ਆਪਾਂ ਬਾਕਸ ਦਾ ਨੀਚੇ, ਆ ਮੇਰਾ ਹੈਂਡ ਦਿਖ ਰਿਹਾ ਤੁਹਾਨੂੰ, ਨੀਚੇ ਬੇਸ ਬਣਾਉਂਗੇ ਤਾਂ ਹੀ ਬਾਕਸ ਬਣੂਗਾ ਨਾ। ਕੱਲੀਆਂ ਚਾਰ ਕੰਧਾਂ ਨਾਲ ਤਾਂ ਬਾਕਸ ਨਹੀਂ ਬਣਦਾ ਹੁੰਦਾ। ਹਾਂ ਟੌਪ ਨਹੀਂ ਬਣਾਉਣਾ, ਆਹ ਟੌਪ ਜੋ ਮੈਂ ਫਿੰਗਰ ਟੈਪ ਕਰ ਰਿਹਾ ਇਹ ਨਹੀਂ ਬਣਾਉਣਾ, ਬਟ ਜੋ ਨੀਚੇ ਵਾਲਾ ਮੇਰਾ ਹੈਂਡ ਆ ਉਹ ਬੇਸ ਤਾਂ ਚਾਹੀਦਾ ਆਪਾਂ ਨੂੰ। ਅਤੇ ਬੇਸ ਦਾ ਏਰੀਆ ਇਕੱਲੇ ਦਾ ਬੇਸ ਦਾ ਕਿੰਨਾ ਸੀ? ਐਲ ਇੰਟੂ ਬੀ। ਸੋ ਆਈ ਰਾਈਟ ਹੇਅਰ ਐਲ ਬੀ ਆਲਸੋ, ਮਤਲਬ ਕਿ ਇਹ ਟੋਟਲ ਜੋ ਸ਼ੀਟ ਆਪਾਂ ਨੂੰ ਰਿਕੁਆਇਰਡ ਹੈ ਉਹਦਾ ਏਰੀਆ ਆਏਗਾ 2H L ਪਲੱਸ ਬੀ। ਆਫਟਰਵਰਡ ਪਲੱਸ ਪਾ ਕੇ ਆਪਾਂ ਇੱਥੇ ਲਿਖਾਂਗੇ L ਪਲੱਸ ਬੀ। ਤੁਸੀਂ ਦੇਖ ਸਕਦੇ ਹੋ ਮੈਂ ਐਲ ਬੀ ਅਤੇ ਐਚ ਦੀ ਵੈਲਿਊ ਆਲਰੇਡੀ ਇੱਥੇ ਰਿਟਰਨ ਕਰ ਲਈ ਹੈ। ਐਚ ਦੀ ਵੈਲਿਊ ਇੱਦਾਂ ਕਿਉਂ ਲਿਖੀ ਆ? ਕਿਉਂਕਿ ਇਹ ਸੈਂਟੀਮੀਟਰ 'ਚ ਸੀ, ਆਪਾਂ ਮੀਟਰ 'ਚ ਕਨਵਰਟ ਕਰ ਲਈ। ਆਫਟਰਵਰਡਸ ਯੂ ਹੈਵ ਟੂ ਫਿਲ ਆਲ ਦਾ ਵੈਲਿਊਜ਼ ਹੇਅਰ। ਦੇਖੋ 2 ਉੱਦਾਂ ਹੀ ਆ ਜਾਏਗਾ। ਐਚ ਦੀ ਵੈਲਿਊ ਕਿੰਨੀ ਹੈ? 65/100, ਬ੍ਰੈਕਟ ਯੂਜ਼ ਕਰਾਂਗੇ। ਆਫਟਰਵਰਡਸ ਐਲ ਪਲੱਸ ਬੀ, ਐਲ ਦੀ ਵੈਲਿਊ ਨੂੰ ਮੈਂ ਲਿਖੂੰਗਾ 15/10 ਪਲੱਸ ਬੀ ਦੀ ਵੈਲਿਊ ਨੂੰ ਮੈਂ ਲਿਖੂੰਗਾ 125/100। ਪੁਆਇੰਟ ਹਟਾ ਕੇ ਮੈਂ ਨੀਚੇ ਜ਼ੀਰੋਜ਼ ਲਗਾ ਰਹੇ ਹਾਂ, ਪਲੱਸ ਐਲ ਬੀ ਮਤਲਬ 15/10 ਮਲਟੀਪਲਾਈ 125/100। ਹੁਣ ਰਾਜੀ ਕਰਨਾ ਕੀ ਹੈ, ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਿੰਦੇ ਹਾਂ ਆਪਾਂ। ਇਟ ਵਿਲ ਬੀ 130/100, ਕੁਛ ਇਸ ਤਰ੍ਹਾਂ ਬਣੇਗਾ। ਇੱਥੇ ਦੇਖੋ ਇਹਦਾ ਐਲਸੀਐਮ ਆ ਜਾਏਗਾ 100, ਤਾਂ ਇੱਥੇ ਆਏਗਾ 150 ਪਲੱਸ 125 ਪਲੱਸ ਇੱਥੇ ਦੇਖੋ ਇਹਨੂੰ ਕੈਂਸਲ ਕਰਦੇ ਹਾਂ 125 5 ਦੀ ਟੇਬਲ 'ਤੇ ਕੈਂਸਲ ਹੋਊਗਾ, ਕਿੰਨੇ 'ਤੇ ਆਏਗਾ 5 ਦੀ ਟੇਬਲ 'ਤੇ? ਇਹ 5 2s are 10 5 ਐਂਡ ਦਿਸ ਵਨ ਇਜ਼ 20 'ਤੇ। ਆਫਟਰਵਰਡਸ ਆ ਜੋ 10 ਹੈ ਆਪਣੇ ਕੋਲ, ਇਹ ਵੀ ਕੈਂਸਲ ਹੋਏਗਾ 5 ਦੀ ਟੇਬਲ 'ਤੇ 2 'ਤੇ, ਅਤੇ ਇਹ ਜੋ 15 ਹੈ ਕਿੰਨੇ 'ਤੇ ਕੈਂਸਲ ਹੋਏਗਾ? 3 'ਤੇ। ਆਫਟਰਵਰਡਸ 25 ਕੈਂਸਲ ਹੋ ਰਿਹਾ 5 ਦੀ ਟੇਬਲ 'ਤੇ 5 'ਤੇ, ਅਤੇ 20 ਕੈਂਸਲ ਹੋ ਰਿਹਾ ਵਾ 4 ਦੇ ਉੱਪਰ, ਠੀਕ ਹੈ। ਤਾਂ ਇਹ ਬਣ ਗਿਆ 5 3s ਦਾ 15, 4 2s ਦਾ 8। ਇੱਥੇ ਤਾਂ ਇੰਨੀ ਕੈਲਕੂਲੇਸ਼ਨ ਹੋ ਗਈ ਸੋਲਵ ਕਰਕੇ। ਹੁਣ ਆਪਾਂ ਕਰਦੇ ਹਾਂ, ਆਹ 0 ਨਾਲ 0 ਵੀ ਕੈਂਸਲ ਹੋ ਗਈ, ਇੱਥੇ ਆਏਗਾ 13/10। ਹੁਣ ਇੱਥੋਂ ਦੀ ਕੈਲਕੂਲੇਸ਼ਨ ਦੇਖੋ 150 ਪਲੱਸ 125, ਇਟ ਵਿਲ ਬੀ 275/100 ਪਲੱਸ 15/8। ਇਹ ਕੈਲਕੂਲੇਸ਼ਨ ਆਪਣੇ ਕੋਲ ਇੱਥੋਂ ਤੱਕ ਆ ਗਈ। ਹੁਣ ਆਫਟਰਵਰਡਸ ਇਹਨੂੰ 5 ਦੀ ਟੇਬਲ 'ਤੇ ਕੈਂਸਲ ਕਰਨਾ ਸਟਾਰਟ ਕਰ ਦਿਓ। 5 ਦੀ ਟੇਬਲ 'ਤੇ ਕਿੰਨੇ 'ਤੇ ਆਏਗਾ? 55 'ਤੇ, ਅਤੇ ਇਹ ਆਏਗਾ 20 'ਤੇ। ਫਿਰ 5 ਦੀ ਟੇਬਲ 'ਤੇ ਕੱਟ ਕਰ ਦਿਓ 4, ਫਿਰ 5 ਦੀ ਟੇਬਲ 'ਤੇ ਕਿੰਨਾ ਆਏਗਾ? 11। ਤਾਂ ਮਤਲਬ ਆਪਣੇ ਕੋਲ ਬਚਿਆ 13 ਮਲਟੀਪਲਾਈ 11/10 ਇੰਟੂ 4 40 ਪਲੱਸ 15/8। ਹੁਣ ਆਪਾਂ ਕੀ ਕਰਾਂਗੇ, 13 ਨੂੰ 11 ਦੇ ਨਾਲ ਮਲਟੀਪਲਾਈ ਕਰਾਂਗੇ। 13 ਇੰਟੂ 11 ਇਟ ਵਿਲ ਬੀ ਕਿੰਨਾ ਹੋਏਗਾ ਰਾਜੀ? ਇਹ 13 ਨੂੰ 10 ਨਾਲ ਕਰਦੇ ਹਾਂ 130, ਅਤੇ ਜਦੋਂ ਆਪਾਂ 13 ਹੋਰ ਐਡ ਕਰਾਂਗੇ ਇਟ ਵਿਲ ਬੀ 143। ਸੋ ਇਟ ਵਿਲ ਬੀ 143/40 ਪਲੱਸ 15/8। ਐਲਸੀਐਮ ਸੋਲਵ ਕਰ ਲਓ ਇਹਦਾ। ਐਲਸੀਐਮ ਕਿੰਨਾ ਆਏਗਾ? 40, 143, ਇੱਥੇ ਆਏਗਾ ਆਪਣੇ ਕੋਲੇ 60। ਇਹਨਾਂ ਦੋਨਾਂ ਨੂੰ ਪਲੱਸ ਕਰੋ, ਇਟ ਵਿਲ ਬੀ
0 0 oh sorry I write here 3 0 2 203 by 40 ਇਹਨਾਂ ਨੂੰ ਜਦੋਂ ਤੁਸੀਂ ਡਿਵਾਈਡ ਕਰੋਗੇ ਬੇਟਾ you will get your answer 5.45 ਮੀਟਰ ਸਕੁਅਰ ਕਿਉਂਕਿ ਆਪਾਂ ਸਾਰਾ ਏਰੀਆ ਮੀਟਰ ਦੇ ਵਿੱਚ ਫਾਈਂਡ ਕੀਤਾ। ਸੋ ਇਹ ਸੀ ਏਰੀਆ ਆਫ ਦਾ ਸ਼ੀਟ ਰਿਕੁਆਇਰਡ, ਜਿੰਨੀ ਸ਼ੀਟ ਰਿਕੁਆਇਰਡ ਸੀ ਉਹਦਾ ਏਰੀਆ ਆਪਾਂ ਫਾਈਂਡ ਕਰ ਲਿਆ। ਨੈਕਸਟ ਪਾਰਟ ਕੁਐਸਚਨ ਦਾ ਕੀ ਲਿਖਿਆ ਹੋਇਆ ਵਾ ਉਹ ਕਹਿੰਦੇ ਆ, ਦੇਖੋ ਨੈਕਸਟ ਪਾਰਟ ਜੋ ਹੈ ਸਟੇਟਮੈਂਟ ਦੇ ਵਿੱਚ ਐਜ਼ ਯੂ ਕੈਨ ਸੀ ਹੇਅਰ ਕਲੀਅਰਲੀ ਦ ਕਾਸਟ ਆਫ ਸ਼ੀਟ ਫॉर ਇਟ ਇਫ ਦ ਸ਼ੀਟ ਮੈਜ਼ਰਿੰਗ 1 ਮੀਟਰ ਸਕੁਅਰ ਕਾਸਟ 20 1 ਮੀਟਰ ਸਕੁਅਰ ਸ਼ੀਟ ਦੀ ਕਾਸਟ ਕਿੰਨੀ ਹੈ 20। ਦੇਖੋ ਹੁਣ ਆਪਾਂ ਇੱਥੇ ਲਿਖਾਂਗੇ ਸੈਕਿੰਡ ਪਾਰਟ ਆਪਾਂ ਲੱਭਣੀ ਹੈ ਕਾਸਟ, ਆਪਾਂ ਨੂੰ ਦਿੱਤਾ ਹੋਇਆ ਕਾਸਟ ਆਫ 1 ਮੀਟਰ ਸਕੁਅਰ is equals to 20 rupees. This implies cost of 5.45 meter square is equal to 20 multiply 5.45। ਤਾਂ ਦੇਖੋ ਇੱਥੇ ਕੀ ਆਏਗਾ 20 multiply 545 by 100 पॉइंट हटा के मैं 0 लगाती है 20 के टेबल से 100 जाएगा 5 पे एंड इट विल बी 5 10 50 4 आ गया 9 109 रुपीज़। तो यदा मतलब जो अपनी कॉस्ट है वो कितनी आएगी 109। सो दिस विल बी द आंसर ऑफ योर फर्स्ट क्वेश्चन। लेट अस मूव ऑन द सेकंड वन। वेल यू कैन सी हियर द स्टेटमेंट ऑफ सेकंड क्वेश्चन। स्टेटमेंट इज द लेंथ ब्रेड्थ एंड हाइट ऑफ अ रूम आर 5 मीटर 4 मीटर 3 मीटर रिस्पेक्टिवली। ठीक है, फाइंड द कॉस्ट ऑफ वाइट वॉशिंग ऑफ द वॉल्स ऑफ द रूम एंड द सीलिंग एट द रेट ऑफ 7.50 पर मीटर स्क्वेयर। देखो ਆਪਾਂ ਕੀ ਕਰਨਾ, ਇੱਕ रूम ਆ ਉਹਦੀਆਂ 4 ਕੰਧਾਂ ਤੇ ਛੱਤ ਦੇ ਉੱਪਰ ਵਾਈਟਨਿੰਗ ਕਰਨੀ ਹੈ। ਵਾਈਟਨਿੰਗ ਦਾ ਮਤਲਬ ਹੈ ਸਫੈਦੀ ਕਰਨਾ, ਜਿਹਨੂੰ ਤੁਸੀਂ ਬੋਲਦੇ ਹੋ ਪੇਂਟ ਕਰਨਾ ਵੀ ਕਹਿ ਸਕਦੇ ਹਾਂ ਆਪਾਂ। ਠੀਕ ਹੈ, ਦੇਖੋ ਪਹਿਲੀ ਗੱਲ ਤਾਂ 4 ਵਾਲਸ ਨੇ ਤੇ ਇੱਕ ਛੱਤ ਹੈ। 4 ਵਾਲਸ ਇੱਕ ਛੱਤ ਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਏਰੀਆ ਕੱਢਣਾ ਪਏਗਾ। ਜਿੰਨਾ ਏਰੀਆ ਆਏਗਾ ਆਪਣੇ ਕੋਲ ਉਹ ਏਰੀਆ ਨੂੰ ਆਪਾਂ ਕੀ ਕਰਾਂਗੇ 7.50 ਨਾਲ ਮਲਟੀਪਲਾਈ ਕਰਕੇ ਆਪਾਂ ਉਹਦੀ ਕਾਸਟ फाइंड कर लांगे। सो सी हेयर द सैकेंड क्वेश्चन वट वी विल गोइंग टू डू हेयर। सैकेंड क्वेश्चन की स्टेटमेंट अपने नाल देखते रहना राजे। ਆਪਾਂ ਨੂੰ जो गिवन है ਉਹਦੇ अकॉर्डिंग देखो सैकेंड लेंथ गिवन है, लेंथ इज 5 मीटर, ब्रेथ गिवन है ਆਪਾਂ ਨੂੰ ब्रेथ इज 4 मीटर एंड हाइट इज 3 मीटर। ਹੁਣ ਆਪਾਂ ਨੂੰ ਪਤਾ ਵਾ एरिया ऑफ 4 वॉल्स एंड रूफ, छत का तो 4 कंधां का एरिया। देखो राजी अगे जो आप पहला क्वेश्चन किया सी उस बॉक्स का नीचे वाला हिस्सा सी बट उपरला हिस्सा अपने को नहीं सी। बट इस वाले क्वेश्चन के विच की अपने को आप फर्श नूं नहीं ना पेंट करते होंगे, फर्श है नहीं उपरली छत हैगी आ। फर्श तो छत का एरिया आपां नूं पता वा सेम आ। मैं तुहानूं डायग्राम के विच इंट्रोडक्शन पार्ट भी दस्सिया सी। पहला तो 4 वॉल्स एरिया सीगा 2H L + B प्लस इत्थे अपने को कितना आएगा 1 रूफ का एरिया LB, L × B मतलब वी कैन सी। सो सिंपली यू हैव टू फिल हेयर द वैल्यूज़ 2 × H, H कितनी है अपनी इट विल बी 3, इत्थे ब्रैकेट है L + B, L + B 4 + 5 इट विल बी 9 प्लस LB 5 4 20 3 2 6 6 9 54 प्लस 20 इट विल बी yes you all are right। I have to write here 74। तो इत्थे अपने को कितना आएगा ये 74 नाल अपने को की आएगा राजी मीटर स्क्वायर। तो हुण अपने को कॉस्ट कितनी आएगी वाइट वॉशिंग की। देखो कॉस्ट जी हैगी 1 मीटर स्क्वायर की दी हुई है आपां नूं। द कॉस्ट ऑफ 1 मीटर स्क्वायर इज 7.50। कॉस्ट अपन दी हुई है 1 मीटर स्क्वायर इज 7.50। देयरफॉर कॉस्ट ऑफ 74 मीटर स्क्वायर इज इक्वल्स टू 7.50 मल्टीप्लाइड बाई 74। इनू किद्दां लिखोगे 750 मल्टीप्लाई 74 बाई 100। सो कुछ इस तरह लिख के इनू आपां सॉल्व करांगे। ठीक है राजी, जो सॉल्व करांगे देखो आ 0 नाल 0 कैंसल आउट हो रही है। उस तो बाद 5 के टेबल से जाएगा अपने को किन्ने ते जाएगा 5 के टेबल से 5 1 5 2 आ गया 5 15 ते ये 5 के टेबल से आएगा 2 ते 2 के टेबल से 74 कैंसल कर दो वो किन्ने ते आएगा 3 2 6 होंगे 1 3 7 14 37 × 15। जो तुसी 37 × 15 करोगे दैन यू विल गेट हेयर 555 एज अ आंसर। सो तुहानूं एज ए आंसर की मिलेगा 555। आई होप सो
This question is clear to you all. Now let us move on the third one. Well, I hope so. Question number 3 statement is visible to all of you. The floor of a rectangular hall, एक rectangular hall है, has perimeter 250 मीटर. ਉਹਦਾ ਜਿਹੜਾ ਫਲੋਰ ਆ ਰੈਕਟੈਂਗਲ ਸ਼ੇਪ ਦਾ ਫਲੋਰ ਹੈ ਤੇ ਉਹਦਾ ਪੈਰੀਮੀਟਰ ਕਿੰਨਾ ਵਾ 250 मीटर है. If the cost of painting the floor walls at the rate of 10 rupees meter square is this one. cost ਆਪਾਂ ਨੂੰ ਦਿੱਤੀ ਹੋਈ ਆ, ਜੇ ਆਪਾਂ ਉਹਨੇ ਚਾਰੇ ਕੰਧਾਂ ਨੂੰ ਪੇਂਟ ਕਰ ਦਿੰਨੇ ਆ ਤਾਂ 1 ਮੀਟਰ ਦੀ ਕਾਸਟ ਹੈਗੀ ਹੈ 10 ਰੁਪਏ. ਉਹ ਕਾਸਟ ਆਪਾਂ ਨੂੰ ਇੰਨੀ ਦਿੱਤੀ ਹੋਈ ਹੈ. ਫਾਈਂਡ ਦਾ ਹਾਈਟ ਆਫ ਦਾ ਹਾਲ. ਆਪਾਂ ਹਾਲ ਦਾ ਕੀ ਲੱਭਣਾ ਵਾ, ਹਾਈਟ ਆਪਾਂ ਉਹਦੀ ਹਾਲ ਦੀ ਫਾਈਂਡ ਕਰਨੀ ਹੈ. ਥੋੜਾ ਜਿਹਾ ਟ੍ਰਿਕੀ ਕੁਐਸਚਨ ਆ, ਸੋ ਧਿਆਨ ਨਾਲ ਸਮਝਣਾ ਸਾਰਿਆਂ ਨੇ. ਸੋ ਸੀ ਹੇਅਰ ਦੇਖੋ ਪੈਰੀਮੀਟਰ ਆਪਾਂ ਨੂੰ ਦਿੱਤਾ ਹੋਇਆ ਵਾ 250 मीटर. ਪੈਰੀਮੀਟਰ ਕੀ ਹੁੰਦਾ ਆਪਣੇ ਕੋਲ, ਆਪਾਂ ਨੂੰ ਪਤਾ ਵਾ ਵੀ ਪੈਰੀਮੀਟਰ ਹੁੰਦਾ ਸਮ ਆਫ ਆਲ ਸਾਈਡਸ. ਪੈਰੀਮੀਟਰ ਇਜ਼ ਅ ਸਮ ਆਫ ਆਲ ਸਾਈਡਸ. ਠੀਕ ਹੈ, ਤਾਂ ਮਤਲਬ ਕੀ ਹੈ ਦੇਖੋ ਹੁਣ ਆਪਾਂ ਇੱਥੇ ਲਿਖਦੇ ਹਾਂ ਪਹਿਲਾਂ ਇੱਥੋਂ ਹੀ ਸਟਾਰਟ ਕਰ ਲੈਂਦੇ ਹਾਂ ਆਪਾਂ. ਪੈਰੀਮੀਟਰ ਇਜ਼ ਇਕੁਅਲਸ ਟੂ 250, ਬਟ ਆਪਾਂ ਨੂੰ ਪਤਾ ਵਾ ਵੀ ਰੈਕਟੈਂਗਲ ਦਾ ਜੋ ਪੈਰੀਮੀਟਰ ਹੁੰਦਾ ਟਵਾਈਸ ਆਫ L+B ਹੁੰਦਾ. ਆਈ ਹੋਪ ਸੋ ਦਿਸ ਵਿਲ ਯੂ ਆਲ ਵਿਲ ਰਿਮੈਂਬਰ ਦਿਸ ਥਿੰਗ ਵੀ ਆਪਣੇ ਕੋਲ ਪੈਰੀਮੀਟਰ ਇੰਨਾ ਹੁੰਦਾ. ਤਾਂ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ. ਦੇਖੋ ਆਪਾਂ ਨੂੰ ਪਤਾ ਆਪਾਂ ਉੱਪਰਲੇ ਕੁਐਸਚਨ 'ਚ ਜਦੋਂ ਕਾਸਟ ਫਾਈਂਡ ਕਰਦੇ ਹੁੰਦੇ ਸੀ ਨਾ, ਕਾਸਟ ਆਫ 72 ਮੀਟਰ ਸਕੁਏਅਰ, ਉਸ ਏਰੀਏ ਦੀ ਜਿਹੜੀ ਕਾਸਟ ਹੁੰਦੀ ਸੀ, ਕਾਸਟ ਆਫ ਦੈਟ ਏਰੀਆ, ਤਾਂ ਆਪਾਂ ਕਾਸਟ ਦੇ ਨਾਲ ਜਿੰਨਾ ਏਰੀਆ ਆਇਆ ਸੀ ਉਹਨੂੰ ਮਲਟੀਪਲਾਈ ਕਰ ਦਿੰਦੇ ਹਾਂ, ਏਰੀਆ ਇਨਟੂ ਕਾਸਟ ਕਰਦੇ ਹਾਂ. ਹੁਣ ਆਪਣੇ ਕੋਲ ਏਰੀਆ ਤਾਂ ਹੈ ਨਹੀਂਗਾ, ਏਰੀਆ ਆਪਾਂ ਫਾਈਂਡ ਕਰਨਾ, ਬਟ ਆਪਣੇ ਕੋਲ ਕਾਸਟ ਵੀ ਹੈਗੀ ਹੈ ਅਤੇ ਕਾਸਟ ਕਿੰਨੇ ਰੁਪਏ ਨੂੰ ਪੈ ਰਹੀ ਹੈ, ਟੋਟਲ ਕਾਸਟ ਕਿੰਨੀ ਆ ਰਹੀ ਹੈ, ਏਰੀਆ ਇਨਟੂ ਕਾਸਟ ਕਰਕੇ ਆਪਾਂ ਟੋਟਲ ਆਨਸਰ ਕਰਦੇ ਸੀ ਨਾ, ਆਹ ਚੀਜ਼ ਦਾ ਆਨਸਰ ਟੋਟਲ ਆਉਂਦਾ ਸੀ. ਟੋਟਲ ਕਾਸਟ ਆ ਪਈ ਆ, ਕਿੰਨੀ ਲੱਗ ਰਹੀ ਹੈ, ਉਹ ਕਾਸਟ ਆਉਂਦੀ ਕਿਵੇਂ ਸੀ, ਏਰੀਆ ਨੂੰ ਕਾਸਟ ਨਾਲ ਮਲਟੀਪਲਾਈ ਕਰਕੇ. ਤਾਂ ਇਹਨੂੰ ਆਪਾਂ ਜਦੋਂ ਯੂਜ਼ ਕਰਾਂਗੇ ਉਹ ਦੇਖੋ ਧਿਆਨ ਨਾਲ. ਆਹ ਟੋਟਲ ਕਾਸਟ ਜੋ ਹੈ ਇਹ ਮੈਨੂੰ ਦਿੱਤੀ ਹੋਈ ਹੈ ਰਾਜੀ ਕੁਐਸਚਨ ਦੇ ਵਿੱਚ. ਦਿਸ ਵਿਲ ਗਿਵਨ ਟੂ ਮੀ 15,000 ਇਜ਼ ਇਕੁਅਲਸ ਟੂ, ਆਹ ਏਰੀਆ ਉੱਦਾਂ ਹੀ ਲਿਖਿਆ ਹੋਇਆ, ਕਾਸਟ ਹੈ ਕਿੰਨੀ ਸੀ 10 ਮੀਟਰ ਸਕੁਏਅਰ, ਸੌਰੀ 1 ਮੀਟਰ ਸਕੁਏਅਰ ਇਕੁਅਲ ਟੂ 10 ਰੁਪਏ ਦੇ ਅਕੋਰਡਿੰਗ. ਤਾਂ ਆਹ 10 ਜੋ ਹੈ ਇੱਧਰ ਡਿਵਾਈਡ ਹੋ ਜਾਏਗਾ, ਤਾਂ ਏਰੀਆ ਜੋ ਹੈ ਏਰੀਆ ਕਿੰਨਾ ਆਏਗਾ 15,000 ਬਾਈ 10. ਆਈ ਹੋਪ ਸੋ ਦਿਸ ਇਜ਼ ਕਲੀਅਰ ਟੂ ਯੂ. ਮੀਟਰ ਸਕੁਏਅਰ ਏਰੀਆ ਕਿੰਨਾ ਆ ਗਿਆ ਇੱਥੋਂ 1500 ਮੀਟਰ ਸਕੁਏਅਰ. ਦੇਖੋ ਆ 1 0 ਨਾਲ 1 0 ਕੈਂਸਲ ਹੋ ਗਈ, ਤਾਂ ਆਪਣੇ ਕੋਲ ਏਰੀਆ ਆ ਗਿਆ. ਹੁਣ ਏਰੀਆ ਆਉਣ ਤੋਂ ਬਾਅਦ ਹੁਣ ਆਪਣਾ ਕੰਮ ਕੀ ਹੈ ਦੇਖੋ, ਆਫਟਰ ਹੈਵਿੰਗ ਦਾ ਏਰੀਆ, ਹੁਣ ਤੁਸੀਂ ਇੱਕ ਚੀਜ਼ ਦੇਖੋ, ਏਰੀਆ ਆਫ 4 ਵਾਲਸ, ਜਦੋਂ ਆਪਾਂ ਕਹਿੰਦੇ ਹਾਂ ਆਪਾਂ ਨੂੰ ਕੀ ਦਿੱਤਾ ਹੋਇਆ ਸੀ ਇੱਥੇ, ਪੈਰੀਮੀਟਰ ਦਿੱਤਾ ਹੋਇਆ ਸੀ. ਪੈਰੀਮੀਟਰ ਆਹ ਚੀਜ਼ ਸੀ, ਅਤੇ ਏਰੀਆ ਆਫ ਜਿਹੜਾ 4 ਵਾਲਸ ਆ ਉਹ ਆਪਣੇ ਕੋਲ ਕਿੰਨਾ ਹੁੰਦਾ ਫਾਰਮੂਲੇ ਦੇ ਅਕੋਰਡਿੰਗ, ਏਰੀਆ ਆਫ 4 ਵਾਲਸ. ਹੁਣ ਆਪਾਂ ਗੱਲ ਕਰਦੇ ਹਾਂ ਏਰੀਆ ਆਫ 4 ਵਾਲਸ, ਉਹ ਏਰੀਆ ਹੁੰਦਾ ਕਿੰਨਾ ਰਾਜੇ ਆਪਣੇ ਕੋਲੇ, ਆਪਾਂ ਨੂੰ ਪਤਾ ਉਹ ਹੁੰਦਾ ਵਾ 2 ਟਾਈਮਸ H ਇੰਟੂ L+B. ਇਹੀ ਹੁੰਦਾ ਨਾ ਆਪਣੇ ਕੋਲ ਏਰੀਆ ਆਫ 4 ਵਾਲਸ. ਠੀਕ ਹੈ, ਸੋ ਇਹ ਮੈਂ ਇੱਥੇ ਲਿਖ ਲਿਆ. ਹੁਣ ਦੇਖੋ ਇਸ ਤੋਂ ਬਾਅਦ ਹੁਣ ਏਰੀਆ ਆਫ 4 ਵਾਲਸ, ਆ ਵੀ ਤਾਂ ਏਰੀਆ 4 ਵਾਲਸ ਪੇਂਟ ਕਰਨ ਦਾ ਹੀ ਸੀ, ਤਾਂ ਏਰੀਆ ਕਿੰਨਾ ਆਇਆ ਸੀ 1500. ਤਾਂ ਇਹਦੀ ਜਗ੍ਹਾ 'ਤੇ ਮੈਂ ਲਿਖੂੰਗਾ 1500 ਮੀਟਰ ਸਕੁਏਅਰ ਇਕੁਅਲ ਟੂ ਟਵਾਈਸ, ਆਹ ਟਵਾਈਸ ਹੋ ਗਿਆ, ਇੱਥੇ L+B ਹੋ ਗਿਆ, ਆਹ H ਨੂੰ ਮੈਂ ਇੱਧਰ ਲਿਖ ਲੈਂਦਾ. ਇਹਦੀ ਜੋ ਵੈਲਿਊ ਆ, ਆਹ ਵਾਲੀ ਵੈਲਿਊ, ਇਹ ਕਿੰਨੀ ਵੈਲਿਊ ਆ 250. ਤਾਂ ਮੈਂ ਕੀ ਕਰੂੰਗਾ ਇੱਥੇ ਰਾਜੇ, ਇੱਥੇ ਆਊਗਾ 1500 ਮੀਟਰ ਸਕੁਏਅਰ ਇਜ਼ ਇਕੁਅਲਸ ਟੂ 250 ਮੀਟਰ ਇੰਟੂ H. ਤਾਂ ਆ ਜੋ 250 ਮੀਟਰ ਇੱਧਰ ਡਿਵਾਈਡ ਹੋ ਜਾਏਗਾ, 1500 ਮੀਟਰ ਸਕੁਏਅਰ ਅਪੋਨ 250 ਮੀਟਰ ਇਜ਼ ਇਕੁਅਲ ਟੂ H. 1 ਮੀਟਰ ਨਾਲ 1 ਮੀਟਰ ਕੈਂਸਲ ਕਰਾਂਗੇ, 1 0 ਨਾਲ 1 0 ਕੈਂਸਲ ਕਰਾਂਗੇ, ਤਾਂ ਆਪਣੇ ਕੋਲ ਜੋ H ਦੀ ਵੈਲਿਊ ਹੈ 25 ਦੇ ਟੇਬਲ 'ਤੇ ਤੁਸੀਂ ਇਹ ਚੈੱਕ ਕਰਨਾ ਵੀ 150 ਕਿੰਨੇ 'ਤੇ ਆਉਂਦਾ ਹੈ. ਤਾਂ ਓਬਵੀਅਸ ਦੀ ਗੱਲ ਹੈ ਇਟ ਵਿਲ ਬੀ ਔਨ 6. ਸੋ ਆਈ ਗੈਸ ਯੂ ਆਲ ਆਰ ਰਾਈਟ ਹੇਅਰ. 25 ਦੇ ਨਾਲ ਇਹ ਕੈਂਸਲ ਹੋ ਜਾਏਗਾ, ਦਿਸ ਇੰਪਲਾਈਜ਼ H ਦੀ ਵੈਲਿਊ ਆਏਗੀ 6 ਮੀਟਰ. ਦਿਸ ਵਿਲ ਬੀ ਦਾ ਆਨਸਰ ਆਫ ਯੂਅਰ ਕੁਐਸਚਨ. ਜੇ ਤੁਹਾਡੇ ਕੁਐਸਚਨ ਦੇ ਫਾਰਮੂਲੇ ਕਲੀਅਰ ਆ, ਬੇਸਿਕਸ ਕਲੀਅਰ ਆ, ਦੈਨ ਦਿਸ ਕੁਐਸਚਨ ਇਜ਼ ਈਜ਼ੀ ਟੂ ਯੂ ਆਲ. ਲੈਟ ਅਸ ਮੂਵ ਔਨ ਦਾ ਨੈਕਸਟ ਵਨ. ਨਾਓ ਯੂ ਕੈਨ ਸੀ ਹੇਅਰ question number 4 statement. This question is quite easy for you all. ਇਹ question ਬਹੁਤ easy ਆ. The paint in a certain container is sufficient to paint an area equal to this one meter square. ਕਹਿੰਦੇ ਇੱਕ ਕੰਟੇਨਰ ਦੇ ਵਿੱਚ ਇੰਨਾ ਪੇਂਟ ਆ ਵੀ ਉਹ ਇੰਨਾ ਏਰੀਆ ਪੇਂਟ ਕਰ ਸਕਦੇ ਆ. ਠੀਕ ਹੈ, ਹਾਊ ਮੈਨੀ ਬ੍ਰਿਕਸ ਆਫ ਡਾਇਮੈਂਸ਼ਨ ਲੈਂਥ ਬ੍ਰੈਡਥ ਹਾਈਟ, ਇੱਕ ਇੱਟ ਆ ਜਿਹਦੀ ਲੈਂਥ ਇੰਨੀ ਆ, ਬ੍ਰੈਡਥ ਇੰਨੀ ਆ, ਹਾਈਟ ਇੰਨੀ ਆ, ਕੈਨ ਬੀ ਪੇਂਟਡ ਆਊਟ ਆਫ ਦਿਸ ਕੰਟੇਨਰ. ਕਿੰਨੀਆਂ ਇੱਟਾਂ ਆਪਾਂ ਪੇਂਟ ਕਰ ਸਕਦੇ ਹਾਂ. ਦੇਖੋ ਆਪਾਂ ਕੀ ਕਰਾਂਗੇ, ਇੱਕ ਇੱਟ ਦਾ ਏਰੀਆ ਕੱਢਾਂਗੇ. ਇੱਕ ਚੀਜ਼ ਦੇਖੋ ਇਹ ਸੈਂਟੀਮੀਟਰ 'ਚ, ਇੱਕ ਇੱਟ ਦਾ ਏਰੀਆ ਕੱਢ ਕੇ ਆਪਾਂ ਸੈਂਟੀਮੀਟਰ ਨੂੰ ਮੀਟਰ 'ਚ ਕਨਵਰਟ ਕਰ ਲਾਂਗੇ. ਮੀਟਰ 'ਚ ਕਨਵਰਟ ਕਰਨ ਤੋਂ ਬਾਅਦ ਫਿਰ ਆਪਾਂ ਕੀ ਕਰਾਂਗੇ, ਟੋਟਲ ਏਰੀਆ ਅਪੋਨ 1 ਬ੍ਰਿਕ ਏਰੀਆ, ਦੋਨਾਂ ਨੂੰ ਆਪਸ 'ਚ ਡਿਵਾਈਡ ਕਰਾਂਗੇ ਐਂਡ ਵੀ ਵਿਲ ਗੈਟ ਆਰ
answer. I hope so this is clear to you. Now let us see how to solve this question. As you all can see, LBH is given to us. तो आप इत्थे करांगे एरिया ऑफ वन ब्रिक, एक इट दा एरिया वो आएगा ट्वाइस ऑफ फॉर्मूला LB प्लस BH प्लस HL। तो इत्थे आप वैल्यूज़ फिल करांगे ट्वाइस ऑफ L की वैल्यू हैगी है 225/10 मल्टीप्लाई B कितनी है 10 प्लस BH है, BH हैगी अपने को 10 मल्टीप्लाई 7.5/10 75/10 लिखांगे आप, प्लस अपने को हैगा H कितनी है 75/10 तो L कितनी है अपने को 225/100। आफ्टर सॉल्विंग दिस कैलकुलेशन सॉल्व कर, इस बार मैं कैलकुलेशन सॉल्व करके नहीं दिखा रहा, डायरेक्टली आई एम गोइंग टू राइट हियर आंसर। कैलकुलेशन सॉल्व करके यू विल गेट 937.5 सेंटीमीटर स्क्वायर। ये आ गया सेंटीमीटर स्क्वायर दे विच, हुण इन्हूं आपां मीटर स्क्वायर च किवें कन्वर्ट करांगे, इज इक्वल्स टू 937.50 मीटर स्क्वायर, ये नीचे आएगा 100 मल्टीप्लाइड बाई 100। ठीक है जी। सो 100 मल्टीप्लाई 100 मतलब की है 4 जीरोज़ ने, तो अपने को 4 डिजिट छड्ड के पॉइंट लगना, आ वाले पॉइंट तो भी बाद 1 2 3 तो इतने है, एक जीरो मैं अपने को लगा लेना इतने, तो 4 डिजिट हो गए ना, तो इतने मेरे को जो आंसर बनेगा वो बनेगा 09375। इतने पॉइंट आएगा, इतने एक जीरो अपने को एक्स्ट्रा लगावांगे आप। सो आई होप सो दिस इज़ क्लीयर टू यू ऑल। सो इत्थे आपां इनू कुछ इस तरह चेंज करके इदां लिखांगे। इन्ना लिखण तो बाद दिस विल बी द एरिया ऑफ वन ब्रिक, ये अपने को एरिया ऑफ वन ब्रिक आया वा मीटर स्क्वायर दे विच। नाउ टोटल नंबर ऑफ ब्रिक्स, इट्टां टोटल किन्नियां आणगियां, देखो आपां नूं जो क्वेश्चन दिता है वा भी जो पेंट अपने को सफिशिएंट है, वो कितना एरिया पेंट करने लई सफिशिएंट है, वो दिता है आपां नूं 9.375 अपॉन आप लिखांगे एरिया ऑफ वन ब्रिक का एरिया है 0.09375। हूँ देखो राजी, इतों पॉइंट हटाऊंगा तो नीचे 1000 आऊगा, इतों पॉइंट हटाऊंगा तो ऊपर कितना जाएगा वो लिख लेने हैं। इट विल बिकम्स 9375 अपॉन इत्थे आएगा मेरे को 9375 ही इत्थे आएगा, जीरो आप इग्नोर करांगे। इत्थे देखो इहदा ऊपर कितना आ गया 1 2 3 4 5 1 दे नाल 5 जीरोज़, इत्थे अपने को कितना आएगा 1 दे नाल 3 जीरोज़, आ 3 जीरोज़ नाल 3 जीरोज़ गई 1 2 3 4 5। ठीक है, 1 दे नाल कितनी जीरोज़ आनी सी 5 जीरोज़ आनी सी, ते नीचे अपने को आनी सी 1 दे नाल 3 जीरोज़, तो वो जीरोज़ कट्टियां जा रही ने अपने को। वी विल हैव योर आंसर 10 ब्रिक्स। वंस यू चैक योर कैलकुलेशन ऑल्सो जी, कैलकुलेशन तुसी खुद भी एक बार चैक कर लेनी है, सो दैट एनी प्रॉब्लम इज़ इफ एनी प्रॉब्लम इज़ हियर देन यू कैन कमेंट मी। अकॉर्डिंग टू मी इट मे बी 100 ब्रिक्स, 100 ब्रिक्स का आंसर आना चाहिए वा। वंस यू चेक दिस कैलकुलेशन ऑल्सो बाई योर ओन सेल्फ। लेट अस मूव ऑन द नेक्स्ट क्वेश्चन। आई होप सो स्टेटमेंट ऑफ क्वेश्चन नंबर 5 इज विजिबल टू यू ऑल। अ cubical box has each edge 10 centimeter and another cubical box is cuboidal box is 1.12 meter long, 10 meter wide and 8 meter high। एक क्यूबिकल बॉक्स आ जिहदी हर साइड आपां नूं 10 दित्ती हुई है, हर किनारा 10 है। एक क्यूबॉइडल बॉक्स है जिहदी लेंथ ब्रेड ते हाइट दित्ती हुई है। क्वेश्चन बहुत ईजी है। विच बॉक्स हैज़ अ ग्रेटर लेटरल सरफेस एरिया, मतलब आपां क्यूब का लेटरल सरफेस एरिया कड्डांगे, एरिया ऑफ 4 वॉल्स तो आपां क्यूबॉइड का एरिया ऑफ 4 वॉल्स कड्डांगे। उन्होंने दोनों चों किहदा एरिया ज़्यादा आंदा वो दसांगे। अगले क्वेश्चन है विच बॉक्स है स्मॉलर टोटल सरफेस एरिया एंड बाय हाउ मच, किहदा स्मॉलर टोटल सरफेस एरिया आऊगा तो कितना स्मॉल आऊगा वो भी आप दसांगे। ठीक है, लेट अस सी द सोल्यूशन ऑफ दिस क्वेश्चन। क्यूब की साइड दी हुई सी, ओके वी राइट हेयर लेटरल सरफेस एरिया ऑफ अ क्यूब। लेटरल सरफेस एरिया मैं थोड़ा क्यूब का की दसिया सी, दैट इज़ 4 इंटू साइड स्क्वायर, यही दसिया सी ना 4 इंटू साइड द स्क्वायर। 10 का स्क्वायर कितना होंगे 100, तो इट विल बी 400। सो इत्थे तो ये आ गया 400। लेटरल सरफेस एरिया ऑफ क्यूबॉइडल बॉक्स, क्यूबॉइडल बॉक्स मतलब अपने को क्यूबॉइड की गल हो रही है, वो अपने को सीगा ट्वाइस ऑफ L प्लस B। तो इत्थे आप वैल्यूज़ फिल करांगे ट्वाइस ऑफ 8 L प्लस B मतलब 125/100 प्लस 10। आफ्टर सॉल्विंग दिस कैलकुलेशन वी विल हैव हेयर 360। थोड़ा आंसर आएगा 360। ठीक है, कैलकुलेशन नहीं मैं दोबारा नहीं सॉल्व करूँगा। इफ़ यू आर हैविंग एनी प्रॉब्लम टू सॉल्व दिस कैलकुलेशन यू कैन कमेंट मी, आई विल गिव यू द फुल प्रूफ ऑफ द कैलकुलेशन हाउ यू कैन सॉल्व इट। ओके, सो ये दोनों आ गए। हुण इन्हां दोनों च डिफरेंस कितना आ रहा है, डिफरेंस आ रहा वा
lateral surface area of cube minus lateral surface area of cuboidal, it will be 40। तो ज़्यादा एरिया किहदा आया सी अपने कोले क्यूब का, lateral surface area ज़्यादा किहदा आंदा अपने कोले क्यूब का। सो आप लिखांगे इत्थे क्यूब हैज़ मोर lateral surface area। सिमिलरली हुण तुसीं करना की आ, तुसीं टोटल सरफेस एरिया कढ़ना वा क्यूब का आ वाला फार्मूला यूज़ करके, तो टोटल सरफेस एरिया ऑफ क्यूबॉइडल कढ़ना वा, उहदा फार्मूला सीगा अपने कोल ट्वाइस ऑफ LB प्लस BH प्लस HL। ये तुसीं यूज़ करके ये वाला पार्ट तुसीं खुद ट्राई करोगे इहदा, ठीक है। दिस पार्ट इज़ योर होमवर्क, यू हैव टू कंप्लीट दिस पार्ट बाय योर ओन सेल्फ। लेट अस मूव ऑन द नेक्स्ट क्वेश्चन। Let us move towards the question number 6, and the statement for the question number 6 is, I hope so this is visible to you all. Question number 6 statement is, a small indoor greenhouse is made entirely of glass panes including base। मतलब एक आप बॉक्स बनाया कंच का, इदां ही मन के चल करो। तो वो बॉक्स बनाया किवें है, ग्लास पेन्स मतलब शीशे के स्लाइडां जोड़ जोड़ के वो बॉक्स बनाया, जिदा तुहानूं मैं अज डायग्राम दिखाई ना क्यूब ते क्यूबॉइड वालियां, वो भी ट्रांसपेरेंट ने, वो भी एक तरह शीशे दी डायग्राम्स ने सारियां ट्रांसपेरेंट, उदां दा एक बॉक्स बनाया गया वा। तो उहदे विच की कह रहे हैं, हैल्ड टुगैदर विद टेप। वो जिहड़ियां उहनूं साइडां इकट्ठियां कीतियां ने, जोड़ियां काहदे नाल होईयां, एक टेप नाल जोड़ियां होईयां ने। इट इज़ 30 सेंटीमीटर लॉन्ग, 30 सेंटीमीटर लॉन्ग आ, 25 सेंटीमीटर वाइड है एंड 25 सेंटीमीटर हाइट है उहदी। वट इज़ द एरिया ऑफ द ग्लास, जिन्ना ग्लास उहनूं यूज़ होया वा उहदा एरिया आपां फाइंड करना। एंड हाउ मच टेप इज़ नीडिड फॉर ऑल द 12 एड्स, 12 ਦੇ 12 किनारे जोड़न ਦੇ ਲਈ किन्नी टेप लगी है, ਉਹਦਾ भी ਆਪਾਂ सारा सिस्टम करना वा भी किन्नी टेप नीडिड है, ठीक है। सो लैट अस सी द सोल्यूशन ऑफ द फर्स्ट पार्ट। सब तो पहला तो एरिया कढ़न की गल हुई है, सो आप एरिया फाइंड कर लेने। एरिया फाइंड करना कोई औखी गल नहीं है, आपको पता है क्यूबॉइडल शेप आ, लेंथ ब्रेथ हाइट दी हुई है, तो एरिया जो है अपने को इस क्वेश्चन का कितना आएगा। डायरैक्टली आई एम गोइंग टू राइट हियर ट्वाइस ऑफ LB, LB मतलब 30 इंटू 25 प्लस BH 25 इंटू 25 प्लस HL, HL इज़ 25 इंटू 30। आफ्टर हैविंग अ ग्रेट कैलकुलेशन, सारी मल्टीप्लीकेशन करन तो बाद वट यू विल हैव हेयर, यू विल हैव हेयर 4250 cm स्क्वायर। इन्हों आपस में मल्टीप्लाई करके तुसी बाद दे विच की करना है, प्लस कर देना है, तो 2 नाल मल्टीप्लाई करना है एंड ते, तो आंसर आएगा थोड़े को 4250 सेंटीमीटर स्क्वायर। दिस विल बी द आंसर। ना हुण देखो क्यूबॉइड हैज़ 12 एड्स, देखो क्यूबॉइड शेप आप शेप दोबारा यूज़ करते हैं इतों शेप आ, दिस वन इज़ अ क्यूबॉइडल शेप, ये 12 किनारे है, आ पहले ही किनारी है फर्स्ट, ये बिल्कुल नीचे आ जिथे मेरी फिंगर जा रही है सैकेंड। सिमिलरली आ वाली साइड ते थर्ड, तो नीचे वाली कितनी है फोर्थ। ये लेंथा हो गई 4। फिर उस बाद मेरी फिंगर देखो आ ब्रैथ होंगी सी 1, आ नीचे मेरी फिंगर जिथे जा रही है 2, 2 ब्रैथ इधर हो गई, तो 2 ही ब्रैथ आ वाली हो गई मेरे को 3, तो नीचे वाली 4, 4 ब्रैथ्स हो गई अपने को। आफ्टरवर्ड्स आ वाली हाइट, एक हाइट हो गई आ वाली इधर, एक हाइट हो गई ये सेम इधर, एक हाइट ये हो गई इधर, एक हाइट ये हो गई इधर। तो मतलब टेप जो है वो जी टेप यूज़ हुई है वो 4 लेंथ है, 4 ही ब्रेथ है, तो 4 ही हाइट है, इन्नी टेप यूज़ हुई है। मतलब 4 लेंथा जोड़न ली टेप लगी है, 4 विथा जोड़न ली टेप लगी है, तो 4 हाइट्स जोड़न ली टेप लगी है। 4 मैं कॉमन लिखूँगा, इतने L प्लस B प्लस H इदा आ जाएगा, तो 4 इतने एज इट इज़ आएगा। L की वैल्यू कितनी है अपने को 30 प्लस 25 प्लस 25, 25 50 हो गया, 50 प्लस 30 कितना होंगे 80, 80 इंटू 4 करा तो कितना आएगा, इट विल बी 320 सेंटीमीटर। दिस विल बी द आंसर ऑफ द रिक्वायर्ड टेप। यदा मतलब आपां की है इन्नी टेप रिक्वायर्ड है उस चीज़ को कंप्लीट करने के लिए, ठीक है। आई होप सो दिस क्वेश्चन नंबर 6 इज़ ऑल्सो क्लीयर टू यू ऑल। लेट अस मूव ऑन द क्वेश्चन नंबर 7। 7th क्वेश्चन वाल चलते हैं। As usually for the long questions, question number 7 is important as well as good question. From the exam point of view, this question is also a good question. So let us see the statement of this question. Shanti Sweet Stall was placing an order for making cardboard boxes for packing their sweets. एक शांति स्वीट स्टॉल है, दुकान है, वो प्लेस ऑर्डर लेंदी है डब्बे बनाने, ठीक है, अपनी मिठाइयाँ पैक कर ली। 2 साइज़ ऑफ बॉक्स वर रिक्वायर्ड, 2 साइज़ के बॉक्स रिक्वायर्ड ने चाहिए है
ਬਿਗਰ ਜਿਹੜਾ ਵੱਡਾ ਡੱਬਾ ਵਾ ਉਹਦੀ ਡਾਇਮੈਂਸ਼ਨਸ ਨੇ ਲੈਂਥ ਬ੍ਰੈਡਥ ਤੇ ਹਾਈਟ ਦਿੱਤੀ ਹੋਈ ਹੈ, ਤੇ ਜੋ ਛੋਟਾ ਡੱਬਾ ਉਹਦੀ ਵੀ ਲੈਂਥ ਬ੍ਰੈਡਥ ਹਾਈਟ ਆਪਾਂ ਨੂੰ ਦਿੱਤੀ ਹੋਈ ਹੈ। ਫॉर ਆਲ ਦਾ ਓਵਰਲੈਪਸ 5% ਆਫ ਟੋਟਲ ਸਰਫੇਸ ਏਰੀਆ ਇਜ਼ ਰਿਕੁਆਇਰਡ ਐਕਸਟਰਾ। ਜੇ ਆਪਾਂ ਡੱਬਿਆਂ ਦੇ ਉੱਪਰ ਕਵਰ ਚਾੜਦੇ ਹਾਂ, ਮਤਲਬ ਪੈਕ ਕਰਦੇ ਹਾਂ ਉਹਨਾਂ ਨੂੰ, ਤਾਂ ਪੈਕ ਕਰਨ ਦੇ ਲਈ 5% ਟੋਟਲ ਸਰਫੇਸ ਏਰੀਆ ਕੀ ਆ ਐਕਸਟਰਾ ਲੱਗਦਾ ਪਿਆ ਵਾ। ਇਫ ਦਾ ਕਾਸਟ ਆਫ ਦਾ ਕਾਰਡਬੋਰਡ ਇਜ਼ 4 ਰੁਪੀਜ਼ ਪਰ 1000 ਸੈਂਟੀਮੀਟਰ ਸਕੁਅਰ, ਮਤਲਬ ਜੇ ਕਹਿੰਦੇ ਕਾਸਟ ਜਿਹੜੀ ਕਾਰਡਬੋਰਡ ਦੀ ਪੂਰੀ ਪੈ ਰਹੀ ਆ 4 ਰੁਪਏ ਆ 1000 ਸੈਂਟੀਮੀਟਰ ਸਕੁਅਰ ਦੀ, ਕਾਸਟ ਫਾਈਂਡ ਕਰਨੀ ਹੈ ਕਾਰਡਬੋਰਡ ਰਿਕੁਆਇਰਡ ਫॉर ਸਪਲਾਈਂਗ 250 ਬਾਕਸਿਸ ਈਚ ਆਫ ਕਾइंड। ਦੋਨੋਂ ਤਰ੍ਹਾਂ ਦੇ ਕਿੰਨੇ ਕਿੰਨੇ ਬਾਕਸਿਸ ਗਏ ਆ, 250 ਵੱਡੇ ਬਾਕਸ ਆ, 250 ਛੋਟੇ ਬਾਕਸ ਆ। ਸਭ ਤੋਂ ਪਹਿਲਾਂ ਆਪਾਂ ਵੱਡੇ ਬਾਕਸ ਦਾ ਟੋਟਲ ਸਰਫੇਸ ਏਰੀਆ ਕੱਢਾਂਗੇ, ਫਿਰ ਆਪਾਂ ਕਰਾਂਗੇ ਵੀ 5% ਐਕਸਟਰਾ ਏਰੀਆ ਉਹ 'ਚ ਲੱਗਦਾ ਪਿਆ, ਉਹ ਆਪਾਂ 5% ਉਹ 'ਚ ਐਡ ਕਰਕੇ ਪੂਰਾ ਏਰੀਆ ਕੱਢ ਕੇ ਰੱਖ ਲਾਂਗੇ। ਉਸ ਤੋਂ ਬਾਅਦ ਫਿਰ ਆਪਾਂ ਛੋਟੇ ਬਾਕਸਿਸ ਦਾ ਏਰੀਆ ਕੱਢਾਂਗੇ, ਫਿਰ 5% ਐਕਸਟਰਾ ਕਰਕੇ ਉਹਨੂੰ ਐਡ ਕਰਕੇ ਉੱਥੇ ਲਿਖ ਦਾਂਗੇ। ਆਫਟਰ ਐਡਿੰਗ ਦੀਜ਼ ਟੂ ਨੰਬਰਸ, ਇਹਨਾਂ ਨੂੰ ਐਡ ਕਰਨ ਤੋਂ ਬਾਅਦ ਫਿਰ ਆਪਾਂ ਕਾਸਟ ਦੀ ਗੱਲ ਬਾਅਦ 'ਚ ਕਰਾਂਗੇ। ਲੈਟ ਅਸ ਸੀ ਦ ਸੋਲਿਊਸ਼ਨ ਆਫ ਦਿਸ ਕੁਐਸਚਨ। ਸਭ ਤੋਂ ਪਹਿਲਾਂ ਦੇਖੋ ਬਿਗਰ ਜੋ ਹੈ ਬਾਕਸ, ਉਹਦਾ ਆਪਾਂ ਕੀ ਕਰਨਾ ਵਾ, ਬਿਗਰ ਬਾਕਸ ਦਾ ਟੋਟਲ ਸਰਫੇਸ ਏਰੀਆ ਫਾਈਂਡ ਕਰਾਂਗੇ। ਜੋ ਬਿਗਰ ਬਾਕਸ ਹੈ ਉਹਦਾ ਆਪਾਂ ਟੋਟਲ ਸਰਫੇਸ ਏਰੀਆ ਫਾਈਂਡ ਆਊਟ ਕਰਾਂਗੇ। ਤਾਂ ਟੋਟਲ ਸਰਫੇਸ ਏਰੀਆ ਕਿੰਨਾ ਆਏਗਾ ਇਹਦਾ, ਟੋਟਲ ਸਰਫੇਸ ਏਰੀਆ ਆਪਾਂ ਨੂੰ ਪਤਾ ਟਵਾਈਸ ਆਫ ਐਲ ਬੀ ਮਤਲਬ 25 ਇੰਟੂ 20 प्लस बी एच 20 इंटू 5 प्लस एच एल 5 इंटू 25। तो ए जो टोटल सरफेस एरिया अपने को आएगा बिगर बॉक्स का, दिस विल बी 1450 मीटर स्क्वायर, जो मीटर सेंटीमीटर स्क्वायर ਦੇ ਵਿੱਚ ਦਿੱਤਾ ਹੋਇਆ ਤਾਂ ਆਪਾਂ ਉੱਦਾਂ ਹੀ ਲਿਖਾਂਗੇ ਇਹਨੂੰ। ਹੁਣ ਦੇਖੋ ਉਹ ਕਹਿੰਦਾ ਸੀਗਾ ਵੀ ਬਿਗਰ ਬਾਕਸ ਦਾ ਟੋਟਲ ਸਰਫੇਸ ਏਰੀਆ ਤਾਂ ਕੱਢ ਲਿਆ ਆਪਾਂ, ਇੱਕ ਬਾਕਸ ਦੇ ਉੱਪਰ ਕਿੰਨਾ ਕੀ ਚੀਜ਼ ਐਕਸਟਰਾ ਲੱਗ ਰਹੀ ਆ, 5% ਐਕਸਟਰਾ ਕਵਰ ਲੱਗ ਰਿਹਾ ਉਹਦਾ। ਤਾਂ ਆਪਾਂ ਕੀ ਲਿਖਾਂਗੇ, ਨਾਓ 5% of total surface area of big box। ਤਾਂ ਉਹ ਆਪਣੇ ਕੋਲ ਕਿੰਨਾ ਆਏਗਾ, 5% ਆਫ ਦਾ ਮਤਲਬ ਹੁੰਦਾ ਮਲਟੀਪਲਾਈ ਟੋਟਲ ਸਰਫੇਸ ਏਰੀਆ ਕਿੰਨਾ ਆਇਆ ਸੀ, ਦਿਸ 1 ਸੈਂਟੀਮੀਟਰ ਸਕੁਅਰ। ਤਾਂ ਹੁਣ ਆਪਾਂ ਇੱਥੇ ਕਰਾਂਗੇ ਕੀ ਰਾਜੇ, ਇੱਥੇ 5 ਮਲਟੀਪਲਾਈ 1450 ਅਪੋਨ ਆ ਪਰਸੈਂਟੇਜ ਦਾ ਅਪੋਨ 100 ਆਏਗਾ, cm ਸਕੁਅਰ ਐਜ਼ ਇਟ ਇਜ਼, 0 ਨਾਲ 0 ਕੈਂਸਲ ਹੋ ਜਾਏਗੀ, 5 ਦੇ ਟੇਬਲ ਦੇ 10 ਕਿੰਨੇ 'ਤੇ ਜਾਊਗਾ ਆਪਣੇ ਕੋਲੇ 2 ਤੇ। ਤਾਂ ਇਹਦੀ ਜੋ ਕੈਲਕੂਲੇਸ਼ਨ ਕਰਕੇ ਆਂਸਰ ਆਏਗਾ ਇਟ ਵਿਲ ਬੀ 72.5 ਸੈਂਟੀਮੀਟਰ ਸਕੁਅਰ। ਆਈ ਹੋਪ ਸੋ ਦਿਸ ਇਜ਼ ਕਲੀਅਰ ਟੂ ਯੂ। ਨਾਓ ਹੁਣ ਆਪਾਂ ਕਰਨਾ ਕੀ ਆ, ਟੋਟਲ ਸਰਫੇਸ ਏਰੀਆ, ਟੋਟਲ ਸਰਫੇਸ ਏਰੀਆ ਜੋ ਹੈ ਆਪਣਾ ਉਹ ਇੱਕ ਬਾਕਸ ਦਾ ਕਿੰਨਾ ਆਏਗਾ। ਦੇਖੋ ਇਕੱਲਾ ਬਾਕਸ ਬਣਾਉਣ ਦਾ ਏਰੀਆ ਆਇਆ ਸੀ ਇੰਨਾ, ਪਲੱਸ ਆਪਾਂ ਕਰਾਂਗੇ ਜੋ ਐਕਸਟਰਾ ਏਰੀਆ ਉਹਦੇ 'ਚ ਲੱਗ ਰਿਹਾ ਵਾ, ਇਹਨਾਂ ਦੋਨਾਂ ਨੂੰ ਐਡੀਸ਼ਨ ਕਰਨ ਤੋਂ ਬਾਅਦ ਯੂ ਵਿਲ ਹੈਵ ਏਅਰ 15225 cm ਸਕੁਅਰ, ਪਲੱਸ ਕਰਨਾ ਤੁਹਾਨੂੰ ਆਉਂਦਾ ਆਈ ਹੋਪ ਸੋ। ਸੋ ਇੱਥੇ ਇੰਨਾ ਆ ਜਾਏਗਾ। ਟੋਟਲ ਏਰੀਆ ਆਫ ਕਾਰਡਬੋਰਡ ਨੀਡਡ ਫੋਰ 250 ਬਿਗਰ ਬਾਕਸਿਸ, ਇਹ ਤਾਂ ਇੱਕ ਬਾਕਸ ਦਾ ਕੱਢਿਆ ਨਾ ਆਪਾਂ, 1 ਬਾਕਸ। ਤਾਂ ਹੁਣ ਆਪਾਂ ਬਾਕਸਿਸ ਬਣਾਉਣੇ ਕਿੰਨੇ ਆ, 250 ਬਾਕਸ। ਤਾਂ 250 ਬਾਕਸਿਸ ਦਾ ਕਿੰਨਾ ਆਏਗਾ, 1522.5 ਮਲਟੀਪਲਾਈਡ ਬਾਈ 250। ਤਾਂ ਇਹਨੂੰ ਜਦੋਂ ਆਪਾਂ 250 ਨਾਲ ਮਲਟੀਪਲਾਈ ਕਰਾਂਗੇ ਇਟ ਵਿਲ ਬੀ 380,625 ਸੈਂਟੀਮੀਟਰ ਸਕੁਅਰ। ਸੋ ਦਿਸ ਵਿਲ ਬੀ ਦਾ ਆਂਸਰ ਆਫ ਦਿਸ ਕੁਐਸਚਨ। ਇੱਥੇ ਆ ਕੇ ਕੁਐਸਚਨ ਦਾ ਆਪਣੇ ਕੋਲ ਹਾਫ ਦਾ ਆਂਸਰ ਆਇਆ ਬਿਗਰ ਦਾ। ਹੁਣ ਸਿਮਿਲਰਲੀ ਆਪਾਂ ਸਮੋਲਰ ਦਾ ਏਰੀਆ ਸੋਲਵ ਕਰਾਂਗੇ। ਸਮੋਲਰ ਦਾ ਟੋਟਲ ਸਰਫੇਸ ਏਰੀਆ ਕੱਢ ਲੈਂਦੇ ਆਪਾਂ ਪਹਿਲਾਂ। ਦੇਖੋ मैं डायरैक्ट लिखन लग्या वा टोटल सरफेस एरिया स्मॉलर बॉक्स का, जो स्मॉलर बॉक्स है अपने को उदा टोटल सरफेस एरिया जो आएगा इट विल बी 630 सेंटीमीटर स्क्वायर। आफ्टरवर्ड्स 5% एक्सट्रा भी कटना है, 5% लगा के जो तुम इदा ही कैलकुलेट करोगे तो 5% ऑफ 630 वो अपने को कितना आएगा, 5% ऑफ 630 दैट विल बी 31.5 सेंटीमीटर स्क्वेयर। ਤਾਂ ਟੋਟਲ ਏਰੀਆ ਜੋ ਆਏਗਾ ਉਹ ਆਏਗਾ, ਪਹਿਲਾਂ 630 ਆਇਆ ਸੀ ਪਲੱਸ ਆਪਾਂ 31.5 ਮੀਟਰ ਸਕੁਅਰ ਸੈਂਟੀਮੀਟਰ ਸਕੁਅਰ ਕਰਾਂਗੇ ਐਂਡ ਦ ਆਂਸਰ ਇਜ਼ 661.5 ਸੈਂਟੀਮੀਟਰ ਸਕੁਅਰ। ਇਹ ਆ ਗਿਆ ਟੋਟਲ ਸਰਫੇਸ ਏਰੀਆ ਇਹਦਾ। ਹੁਣ ਆਪਾਂ ਨੂੰ ਬਾਕਸਿਸ ਚਾਹੀਦੇ ਕਿੰਨੇ ਆ, 250 ਬਾਕਸਿਸ ਵੀ ਰਿਕੁਆਇਰਡ, ਸਾਨੂੰ ਚਾਹੀਦੇ ਆ 250 ਬਾਕਸਿਸ। ਜੇ 250 ਬਾਕਸਿਸ ਚਾਹੀਦੇ ਆ, ਇੱਕ ਬਾਕਸ ਦਾ ਏਰੀਆ ਜੇ ਇੰਨਾ ਵਾ ਤਾਂ 250 ਇਹੋ ਜਿਹੇ ਬਾਕਸਿਸ ਦਾ ਏਰੀਆ ਕਿੰਨਾ ਆਏਗਾ, 250 ਮਲਟੀਪਲਾਈ 661.5। ਤਾਂ ਆਂਸਰ ਜੋ ਆਏਗਾ, ਮੈਂ ਆਂਸਰ ਇੱਥੇ ਲਿਖਣ ਲੱਗਿਆ ਵਾਂ ਡਿਊ ਟੂ ਇਨਸਫੀਸ਼ੀਐਂਟ ਸਪੇਸ। ਸੋ ਆਂਸਰ ਫॉर ਦਿਸ ਥਿੰਗ ਇਜ਼ 165,375। So its answer is
165,375 ਸੈਂਟੀਮੀਟਰ ਸਕੁਅਰ। ਦੇਖੋ ਵੱਡੇ ਬਾਕਸ 250 ਬਣਾਉਣ ਦਾ ਆਪਣੇ ਕੋਲ ਆ ਏਰੀਆ ਆਇਆ ਸੀ, ਛੋਟੇ ਬਾਕਸਿਸ ਜਿਹੜੇ ਹੈਗੇ 250 ਬਾਕਸਿਸ ਦਾ ਆਪਣੇ ਕੋਲ ਇਹ ਵਾਲਾ ਏਰੀਆ ਆਇਆ। ਤਾਂ ਟੋਟਲ 500 ਬਾਕਸਿਸ ਦਾ ਜੋ ਏਰੀਆ ਹੈ ਉਹ ਕਿੰਨਾ ਏਰੀਆ ਆਏਗਾ ਆਪਣੇ ਕੋਲ? ਇੱਕ ਤਾਂ ਏਰੀਆ ਆਇਆ ਸੀ 375 ਪਲੱਸ 375 ਸੈਂਟੀਮੀਟਰ ਸਕੁਅਰ। ਇਹਨਾਂ ਦੋਨਾਂ ਨੂੰ ਆਪਾਂ ਐਡ ਕਰਾਂਗੇ। ਐਡ ਕਰਨ ਤੋਂ ਬਾਅਦ ਵਟ ਵੀ ਵਿਲ ਹੈਵ ਏਅਰ, ਵੀ ਵਿਲ ਹੈਵ ਏਅਰ 5 4 6 1 2 3 4 4 ਜ਼ੀਰੋਆਂ ਨਾਲ ਆਏਗਾ ਸੈਂਟੀਮੀਟਰ ਸਕੁਅਰ। ਇੱਥੇ ਤੱਕ ਤੁਹਾਨੂੰ ਕੁਐਸਚਨ ਕਲੀਅਰ ਆ? ਆਫਟਰਵਰਡਸ ਹੁਣ ਆਪਾਂ ਅੱਗੇ ਦੇਖਦੇ ਹਾਂ ਵੀ ਆਪਾਂ ਕੁਐਸਚਨ 'ਚ ਕਰਨਾ ਕੀ ਹੈ। ਹੁਣ ਜੋ ਆਪਾਂ ਨੂੰ ਕੁਐਸਚਨ 'ਚ ਗਿਵਨ ਆ ਉਹ ਕਹਿੰਦਾ ਸੀਗਾ ਕੋਸਟ ਆਫ 1000 ਸੈਂਟੀਮੀਟਰ ਸਕੁਅਰ ਇਜ਼ ਇਕੁਅਲਸ ਟੂ 4 ਰੁਪੀਜ਼। ਇਹਦਾ ਮਤਲਬ ਕੋਸਟ ਆਫ 1 ਸੈਂਟੀਮੀਟਰ ਸਕੁਅਰ ਕਿੰਨੀ ਆਏਗੀ? 4/1000 ਰੁਪੀਜ਼ ਇਹੀ ਆਏਗੀ। ਇਹਦਾ ਮਤਲਬ ਜੋ ਕੋਸਟ ਆਫ ਆਪਾਂ ਕੋਸਟ ਕਿਹਦੀ ਕੱਢਣੀ ਆ? 5 4 6 1 2 3 0 ਸੈਂਟੀਮੀਟਰ ਸਕੁਅਰ। ਇਟ ਵਿਲ ਬੀ ਇਕੁਅਲਸ ਟੂ 4/1000 multiplied by 5 4 6 triple zeros. These zeros are cancel with this one. 4 ਨਾਲ ਜਦੋਂ ਆਪਾਂ ਇਹਨੂੰ ਮਲਟੀਪਲਾਈ ਕਰਾਂਗੇ we will get here 2184 rupees. This will be the answer of your question. Last question of this exercise is your homework question. That question you have to try by your own self. I hope so you are able to do that question. With this hope, thank you and have a wonderful day guys. If you are having any problem, any doubt, then you can follow my Instagram account also. That account is way2varun, or you can message me on my WhatsApp number. I hope so. For any doubts and inquiry you can contact to me. Thank you students. Have a good day.